ਨਾਗਾਲੈਂਡ ਦੇ ਵਿੱਚ ਫੌਜ ਨੇ ਇਹ ਕੀ ਕਰ ਦਿੱਤਾ ਹੈ। ਸਰਕਾਰ ਕੋਲ ਤਾਂ ਸਿਰਫ 2 ਹੀ ਸ਼ਬਦ ਹੁੰਦੇ ਨੇ ਕਿ ਸਾਨੂੰ ਅਫਸੋਸ ਹੈ। ਅਮਰੀਕਾ ਜਾਣ ਵਾਲਿਆਂ ਦੇ ਲਈ ਕੋਵਿਡ ਨੈਗੇਟਿਵ ਰਿਪੋਰਟ ਲਾਜ਼ਮੀ ਕਰ ਦਿੱਤੀ ਗਈ ਹੈ। ਜੇ ਤੁਸੀਂ ਭਾਰਤ ਦੇ ਵਿੱਚ ਇੱਕ ਯਾਤਰਾ ਤੇ ਜਾਣਾ ਹੈ ਤਾਂ ਵੀ ਤੁਹਾਨੂੰ ਕੋਵਿਡ ਦੀ ਜਾਂਚ ਰਿਪੋਰਟ ਨੈਗੇਟਿਵ ਦਿਖਾਉਣੀ ਪਵੇਗੀ। 4 ਜ਼ਿਲ੍ਹਿਆਂ ਦੇ ਵਿੱਚ ਸਾਰੇ ਸਕੂਲ ਫਿਰ ਤੋਂ ਬੰਦ ਕਰ ਦਿੱਤੇ ਗਏ ਨੇ। ਭਾਈ ਧਿਆਨ ਸਿੰਘ ਮਾਨ ਨੇ ਕੈਪਟਨ ਨੂੰ ਤਨਖਾਹੀਆ ਐਲਾਨ ਦਿੱਤਾ ਤੇ ਚੋਣਾਂ ਨੂੰ ਲੈ ਕੇ ਸਿਆਸੀ ਲੀਡਰ ਖੂਬ ਡਰਾਮੇ ਕਰ ਰਹੇ ਨੇ। ਸਿੱਧੂ ਕੇਜਰੀਵਾਲ ਨੂੰ ਕਹਿ ਰਹੇ ਨੇ ਜੇ ਕੋਈ ਮੇਰੀ ਪਤਨੀ ਨੂੰ 1000 ਰੁਪਇਆ ਦੇਵੇ ਮੈਂ ਚੁੱਕ ਕੇ ਬਾਹਰ ਸੁੱਟ ਦਿਆਂ। ਭਗਵੰਤ ਮਾਨ ਇਲਜ਼ਾਮ ਲਾ ਰਹੇ ਨੇ ਕਿ ਮੈਨੂੰ ਕੋਈ ਪੈਸੇ ਨਾਲ ਖਰੀਦ ਨਹੀਂ ਸਕਦਾ। ਕਹਿੰਦੇ ਬੀਜੇਪੀ ਦੇ ਇੱਕ ਵੱਡੇ ਲੀਡਰ ਨੇ ਮੈਨੂੰ ਪੈਸਿਆਂ ਦੀ ਤੇ ਇੱਕ ਮੰਤਰਾਲੇ ਦੀ ਪੇਸ਼ਕਸ਼ ਕੀਤੀ। ਸਤਿ ਸ਼੍ਰੀ ਅਕਾਲ ਜੀ। ਐਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਮੈਂ ਹਰਸ਼ਰਨ ਕੌਰ। ਬੁਲੇਟਿਨ ਦੇ ਵਿੱਚ ਪੰਜਾਬ, ਭਾਰਤ ਤੇ ਦੁਨੀਆ ਭਰ ਦੀਆਂ ਸਾਰੀਆਂ ਵੱਡੀਆਂ ਤੇ ਅਹਿਮ ਖਬਰਾਂ ਦੱਸਾਂਗੇ ਤੇ ਵਿਸਥਾਰ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੇ ਹਾਂ ਯਾਤਰਾ ਦੇ ਨਾਲ ਜੁੜੀ ਇੱਕ ਖਬਰ। ਦੁਨੀਆ ਭਰ ਦੇ ਵਿੱਚ ਓਮਿਕਰੋਨ ਦੇ ਕੇਸਾਂ ਦੇ ਰੌਲੇ ਦੇ ਮੱਦੇਨਜ਼ਰ ਅਮਰੀਕਾ ਨੇ USA ਦੇ ਵਿੱਚ ਦਾਖਲ ਹੋਣ ਵਾਲੇ ਯਾਤਰੀਆਂ ਵਾਸਤੇ ਕੋਵਿਡ ਦੀ ਨੈਗੇਟਿਵ ਰਿਪੋਰਟ ਲਾਜ਼ਮੀ ਕਰ ਦਿੱਤੀ ਹੈ। ਯਾਨੀ ਕਿ ਜੇ ਹੁਣ ਕਿਸੇ ਨੇ ਵੀ ਅਮਰੀਕਾ ਜਾਣਾ ਹੈ, ਕਿਸੇ ਵੀ ਮੁਲਕ ਤੋਂ ਜਾਣਾ ਹੈ ਤਾਂ ਕੋਵਿਡ ਦੀ ਨੈਗੇਟਿਵ ਰਿਪੋਰਟ ਤੁਹਾਨੂੰ ਦਿਖਾਉਣੀ ਪਵੇਗੀ ਤੇ ਭਾਰਤੀ ਮੂਲ ਦੇ ਲੋਕ ਵੀ ਇਹਨਾਂ ਦੇ ਵਿੱਚ ਸ਼ਾਮਿਲ ਨੇ। ਨਵੇਂ ਹੁਕਮ 6 ਦਸੰਬਰ ਤੋਂ ਯਾਨੀ ਕਿ ਸੋਮਵਾਰ ਤੋਂ ਲਾਗੂ ਹੋ ਜਾਣਗੇ। ਨਵੇਂ ਹੁਕਮਾਂ ਦੇ ਮੁਤਾਬਿਕ ਕਰੋਨਾ ਦੀ ਟੈਸਟ ਰਿਪੋਰਟ ਅਮਰੀਕਾ ਦੀ ਯਾਤਰਾ ਕਰਨ ਤੋਂ ਇੱਕ ਦਿਨ ਪਹਿਲਾਂ ਦੀ ਹੋਣੀ ਚਾਹੀਦੀ ਹੈ। ਸਿਰਫ ਇੱਕ ਦਿਨ ਪੁਰਾਣੀ ਹੋਣੀ ਚਾਹੀਦੀ ਹੈ। ਯਾਤਰੀਆਂ ਨੂੰ ਫਾਰਮ ਦੇ ਉੱਤੇ ਇਹ ਵੀ ਦੱਸਣਾ ਪਊਗਾ ਕਿ ਜਿਹੜੀ ਉਹ ਜਾਣਕਾਰੀ ਦੇ ਰਿਹਾ ਹੈ ਉਹ ਬਿਲਕੁਲ ਸੱਚ ਹੈ। ਤੇ ਇਧਰ ਦਿੱਲੀ ਦੇ ਵਿੱਚ ਵੀ ਓਮਿਕਰੋਨ ਦਾ ਇੱਕ ਕੇਸ ਪਾਇਆ ਗਿਆ ਹੈ। ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਇਸ ਦੀ ਪੁਸ਼ਟੀ ਕੀਤੀ ਹੈ ਤੇ ਹੁਣ ਤੱਕ ਦੇਸ਼ ਦੇ ਵਿੱਚ ਓਮਿਕਰੋਨ ਦੇ 4 ਮਾਮਲੇ ਸਾਹਮਣੇ ਆ ਚੁੱਕੇ ਨੇ। ਕਿਹਾ ਜਾ ਰਿਹਾ ਹੈ ਕਿ ਕਰੋਨਾ ਦਾ ਇਹ ਰੂਪ ਡੈਲਟਾ ਤੋਂ 5 ਗੁਣਾ ਵੱਧ ਖਤਰਨਾਕ ਹੈ। ਦੇਸ਼ ਦੇ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਲੋਕਾਂ ਨੂੰ ਸਾਵਧਾਨ ਕਰਦਿਆਂ ਸਾਰੀਆਂ ਸਾਵਧਾਨੀਆਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਹੈ। ਹਾਲਾਂਕਿ ਉਹਨਾਂ ਨੇ ਕਿਹਾ ਕਿ ਨਵੇਂ ਰੂਪ ਤੋਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਲੋਕਾਂ ਨੂੰ ਛੇਤੀ ਤੋਂ ਛੇਤੀ ਵੈਕਸੀਨ ਲਵਾਉਣ ਦੀ ਵੀ ਉਹਨਾਂ ਨੇ ਅਪੀਲ ਕੀਤੀ ਹੈ। ਇਸੇ ਦਰਮਿਆਨ ਇਹ ਵੀ ਖਬਰ ਮਿਲ ਰਹੀ ਹੈ ਕਿ ਯੂਪੀ ਤੇ ਬਿਹਾਰ ਸਣੇ 5 ਸੂਬਿਆਂ ਦੇ ਵਿੱਚ ਵਿਦੇਸ਼ਾਂ ਤੋਂ ਆਏ 586 ਲੋਕ ਲਾਪਤਾ ਹੋ ਗਏ ਨੇ ਤਾਂ ਕਿ ਸਰਕਾਰ ਉਹਨਾਂ ਨੂੰ ਕੁਆਰੰਟੀਨ ਨਾ ਕਰ ਦੇਵੇ। ਤੇ ਖਬਰ ਮਿਲੀ ਹੈ ਕਿ 586 ਲੋਕ ਨੇ ਜਿਹੜੇ ਉਹ ਵੱਖ-ਵੱਖ ਦੇਸ਼ਾਂ ਤੋਂ ਭਾਰਤ ਆਏ ਨੇ ਪਿਛਲੇ ਦਿਨਾਂ ਦੇ ਵਿੱਚ, ਪਰ ਉਹਨਾਂ ਦਾ ਪਤਾ ਨਹੀਂ ਲੱਗ ਰਿਹਾ ਉਹ ਲੋਕ ਹੈਗੇ ਕਿੱਥੇ ਨੇ। 586 ਲੋਕਾਂ ਦੀ ਵੱਖ-ਵੱਖ ਸ਼ਹਿਰਾਂ ਦੇ ਵਿੱਚ ਭਾਲ ਕੀਤੀ ਜਾ ਰਹੀ ਹੈ। ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ 300 ਲੋਕ ਵਿਦੇਸ਼ ਤੋਂ ਪਰਤੇ ਨੇ। ਇਹਨਾਂ ਵਿੱਚੋਂ 13 ਗਲਤ ਪਤੇ ਦੇ ਕੇ ਅਤੇ ਹੋਰ ਲੋਕ ਨੇ ਜਿਹੜੇ ਗਲਤ ਜਾਣਕਾਰੀਆਂ ਦੇ ਕੇ ਲਾਪਤਾ ਹੋ ਗਏ ਨੇ। 7 ਦੱਖਣੀ ਅਫਰੀਕਾ ਤੋਂ ਵਾਪਸ ਆਏ ਨੇ ਇਹਨਾਂ ਦੇ ਵਿੱਚੋਂ ANI ਦੀ ਜਾਣਕਾਰੀ ਦੇ ਮੁਤਾਬਿਕ। ਤੇ ਇਹਨਾਂ ਖਬਰਾਂ ਦੇ ਦਰਮਿਆਨ ਵੱਖ-ਵੱਖ ਮੁਲਕਾਂ ਦੇ ਨਾਲ-ਨਾਲ ਕਈ ਸੂਬਿਆਂ ਨੇ ਵੀ ਪਾਬੰਦੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ। ਵੈਸ਼ਨੋ ਦੇਵੀ ਦੀ ਯਾਤਰਾ ਲਈ ਆਉਣ ਵਾਲੇ ਸ਼ਰਧਾਲੂਆਂ ਦੇ ਲਈ ਕੋਵਿਡ ਟੈਸਟ ਰਿਪੋਰਟ ਦੀ ਸ਼ਰਤ ਹੈ ਜਿਹੜੀ ਇਹ ਲਾਜ਼ਮੀ ਕਰ ਦਿੱਤੀ ਗਈ ਹੈ। ਜੰਮੂ ਤੋਂ ਇਹ ਖਬਰ ਹੈ। ਸੋ ਯਾਤਰੀ ਹੁਣ ਜਿਹੜੇ ਵੀ ਵੈਸ਼ਨੋ ਦੇਵੀ ਦੀ ਯਾਤਰਾ ਲਈ ਜਾਣਗੇ ਉਹਨਾਂ ਨੂੰ ਕੋਵਿਡ ਦੀ ਨੈਗੇਟਿਵ ਰਿਪੋਰਟ ਹੈ ਜਿਹੜੀ ਉਹ ਲਿਜਾਣੀ ਪਵੇਗੀ। ਕੱਟੜਾ ਸਮੇਤ ਹੋਰਨਾਂ ਥਾਵਾਂ ਤੇ ਸ਼ਰਧਾਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਨਾਲ ਹੀ ਇਹ ਜਿਹੜੀ ਸ਼ਰਤ ਹੈ ਉਹ ਵੀ ਲਾ ਦਿੱਤੀ ਗਈ ਹੈ। ਦਿੱਲੀ NCR ਦੇ ਵਿੱਚ ਵੱਧ ਰਹੇ ਪ੍ਰਦੂਸ਼ਣ ਨੂੰ ਦੇਖਦਿਆਂ ਹੋਇਆਂ ਹਰਿਆਣਾ ਦੇ ਵੀ 4 ਜ਼ਿਲ੍ਹਿਆਂ ਦੇ ਵਿੱਚ ਸਾਰੇ ਸਕੂਲ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਸੋਨੀਪਤ, ਗੁਰੂਗ੍ਰਾਮ, ਫਰੀਦਾਬਾਦ ਤੇ ਝੱਜਰ ਵਿੱਚ ਵੀ ਪ੍ਰਦੂਸ਼ਣ ਕਾਰਨ ਹਾਲਾਤ ਖਰਾਬ ਹੁੰਦੇ ਜਾ ਰਹੇ ਨੇ। ਅਜਿਹੇ ਵਿੱਚ ਵਾਤਾਵਰਣ ਵਿਭਾਗ ਨੇ 4 ਜ਼ਿਲ੍ਹਿਆਂ ਦੇ ਵਿੱਚ ਸਾਰੇ ਪ੍ਰਾਈਵੇਟ ਤੇ ਸਰਕਾਰੀ ਸਕੂਲ ਅਗਲੇ ਹੁਕਮਾਂ ਤੱਕ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਸਰਕਾਰ ਨੇ ਦਿੱਲੀ NCR ਦੇ ਵਿੱਚ ਪੈਂਦੇ ਇਹਨਾਂ 4 ਜ਼ਿਲ੍ਹਿਆਂ ਦੇ ਵਿੱਚ 14 ਨਵੰਬਰ ਨੂੰ ਵੀ ਸਕੂਲ ਬੰਦ ਕਰ ਦਿੱਤੇ ਸੀ ਜੋ 5 ਦਿਨ ਪਹਿਲਾਂ ਹੀ ਮੁੜ ਖੋਲ੍ਹੇ ਗਏ ਸੀ। ਇਸ ਦੇ ਨਾਲ ਹੀ ਵਾਤਾਵਰਣ ਵਿਭਾਗ ਨੇ ਹਰਿਆਣਾ ਦੇ 22 ਦੇ ਵਿੱਚੋਂ 14 ਜ਼ਿਲ੍ਹਿਆਂ ਦੇ ਵਿੱਚ ਹਰ ਤਰ੍ਹਾਂ ਦੇ ਨਿਰਮਾਣ ਕਾਰਜਾਂ ਤੇ ਵੀ ਪਾਬੰਦੀ ਲਾ ਦਿੱਤੀ ਹੈ। ਦਿੱਲੀ ਮੋਰਚੇ ਲਗਾਤਾਰ ਚੱਲ ਰਹੇ ਨੇ। ਕਿਸਾਨਾਂ ਨੇ ਇੱਕ ਦਿਨ ਪਹਿਲਾਂ ਹੀ ਐਲਾਨ ਕੀਤਾ ਹੈ ਕਿ ਅਸੀਂ ਆਪਣੀਆਂ ਮੰਗਾਂ ਪੂਰੀਆਂ ਮੰਨੇ ਜਾਣ ਤੱਕ ਮੋਰਚਿਆਂ ਦੇ ਵਿੱਚ ਡਟ ਕੇ ਬੈਠੇ ਰਹਾਂਗੇ। ਇਸੇ ਦਰਮਿਆਨ ਇਹ ਵੀ ਖਬਰ ਮਿਲ ਰਹੀ ਹੈ ਕਿ ਸਰਕਾਰ ਮੋਰਚੇ ਦੇ ਆਲੇ ਦੁਆਲੇ ਮੁੜ ਤੋਂ ਨਾਕੇਬੰਦੀ ਸਖਤ ਕਰ ਰਹੀ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਦਿੱਲੀ ਵਿੱਚ ਮੋਰਚੇ ਦੇ ਖਿਲਾਫ ਪ੍ਰਸ਼ਾਸਨ ਦੇ ਵੱਲੋਂ ਮੁੜ ਨਾਕੇਬੰਦੀ ਕੀਤੀ ਗਈ ਹੈ। ਸਵੇਰੇ 4 ਵਜੇ ਤੋਂ ਇੱਥੇ ਸੜਕਾਂ ਤੇ ਪੁਲਿਸ ਦੇ ਵਾਹਨਾਂ ਦਾ ਜਾਮ ਲੱਗਿਆ ਹੋਇਆ ਸੀ। ਫੋਰਸ ਦੇ ਵੱਲੋਂ ਸੜਕ ਦੇ ਵਿਚਾਲੇ ਗੱਡੀਆਂ ਖੜੀਆਂ ਕਰਕੇ ਰਾਹ ਰੋਕਿਆ ਗਿਆ। ਪੰਧੇਰ ਨੇ ਕਿਹਾ ਕਿ ਕਿਸਾਨਾਂ ਨੇ ਵਿਰੋਧ ਕਰਕੇ ਜਾਮ ਖੁਲਵਾਇਆ। ਉਹਨਾਂ ਕਿਹਾ ਕਿ ਦਿੱਲੀ ਪੁਲਿਸ ਤੇ ਮੋਦੀ ਸਰਕਾਰ ਰੋਜ਼ਾਨਾ ਸਵੇਰੇ ਸਾਨੂੰ ਤੰਗ ਪਰੇਸ਼ਾਨ ਕਰਦੀ ਹੈ। ਇਸੇ ਦਰਮਿਆਨ ਸਿੰਘੂ ਬਾਰਡਰ ਤੇ ਮੌਜੂਦ ਪੱਤਰਕਾਰ ਭਾਈਚਾਰੇ ਦੀ ਜਾਣਕਾਰੀ ਦੇ ਮੁਤਾਬਿਕ ਕੁੰਡਲੀ ਬਾਰਡਰ ਰਾਹੀਂ ਨਰੇਲਾ ਹੋ ਕੇ ਦਿੱਲੀ ਜਾਣ ਵਾਲੀਆਂ ਪੰਜਾਬ ਤੇ ਚੰਡੀਗੜ੍ਹ ਨੰਬਰ ਦੀਆਂ ਗੱਡੀਆਂ ਨੂੰ ਰੋਕਿਆ ਜਾ ਰਿਹਾ ਹੈ। ਪ੍ਰੈਸ ਨੂੰ ਵੀ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ। ਇਹਨਾਂ ਨੂੰ ਪਰਮਿਸ਼ਨ ਲੈਣ ਲਈ ਕਿਹਾ ਜਾ ਰਿਹਾ ਹੈ। ਚੈਕਿੰਗ ਦਾ ਪੈਮਾਨਾ ਦਸਤਾਰ ਹੈ ਇੱਥੇ, ਯਾਨੀ ਕਿ ਜਿਨ੍ਹਾਂ ਨੇ ਪੱਗ ਬੰਨੀ ਹੋਈ ਹੈ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ, ਜਿਸ ਨੂੰ ਦੇਖ ਕੇ ਇਹੀ ਕਿਹਾ ਜਾ ਸਕਦਾ ਹੈ ਕਿ ਸਿੱਖਾਂ ਦੇ ਦਾਖਲੇ ਤੇ ਪਾਬੰਦੀਆਂ ਲਾਈਆਂ ਜਾ ਰਹੀਆਂ ਨੇ, ਕਿਸਾਨਾਂ ਨੂੰ ਦਾਖਲ ਹੋਣ ਤੋਂ ਰੋਕਿਆ ਜਾ ਰਿਹਾ ਹੈ। ਥੋੜੇ
ਦਿਨ ਪਹਿਲਾਂ ਆਪਾਂ ਇਹ ਖਬਰ ਵੀ ਤੁਹਾਨੂੰ ਦੱਸੀ ਸੀ ਕਿ ਮੋਰਚੇ ਦੀ ਪਹਿਲੀ ਮੰਗ ਮੰਨੇ ਜਾਣ ਦੀ ਖੁਸ਼ੀ ਵਿੱਚ, ਯਾਨੀ ਕਿ 3 ਖੇਤੀ ਕਾਨੂੰਨ ਰੱਦ ਹੋਣ ਦੀ ਖੁਸ਼ੀ ਵਿੱਚ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਦੇ ਲਈ ਨਿਹੰਗ ਸਿੰਘ ਕਰੀਬ 80 ਦੀ ਗਿਣਤੀ ਸੀ ਉਹਨਾਂ ਦੀ, ਉਹ ਜਾ ਰਹੇ ਸੀ ਬੰਗਲਾ ਸਾਹਿਬ ਗੁਰਦੁਆਰੇ, ਪਰ ਉਹਨਾਂ ਨੂੰ ਮੁਕਰਬਾ ਚੌਂਕ ਤੇ ਪੁਲਿਸ ਨੇ ਰੋਕ ਲਿਆ, ਅੱਗੇ ਨਹੀਂ ਜਾਣ ਦਿੱਤਾ। ਕਿਹਾ ਕਿ ਪਹਿਲਾਂ ਪਰਮਿਸ਼ਨ ਲਓ, ਤੇ ਪਰਮਿਸ਼ਨ ਲੈਣ ਤੋਂ ਬਾਅਦ ਨਿਹੰਗ ਸਿੰਘਾਂ ਨੂੰ ਪੁਲਿਸ ਦੀਆਂ ਗੱਡੀਆਂ ਦੇ ਵਿੱਚ ਬਿਠਾ ਕੇ ਬੰਗਲਾ ਸਾਹਿਬ ਦੇ ਦਰਸ਼ਨ ਕਰਵਾਉਣ ਲਈ ਲਿਜਾਇਆ ਗਿਆ ਸੀ। ਪੰਧੇਰ ਨੇ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਹੈ ਕਿ ਜੇ ਸਰਕਾਰ ਨੇ ਸਾਡੀਆਂ ਸਾਰੀਆਂ ਮੰਗਾਂ ਨਾ ਮੰਨੀਆਂ ਤਾਂ ਅਸੀਂ ਸਰਕਾਰ ਨੂੰ ਮੂੰਹ ਤੋੜਵਾਂ ਜਵਾਬ ਦੇਵਾਂਗੇ। ਪੰਧੇਰ ਨੇ 13 ਦਸੰਬਰ ਨੂੰ ਪੰਜਾਬ ਦੇ ਵਿੱਚ ਰੇਲ ਰੋਕੋ ਸੰਘਰਸ਼ ਸ਼ੁਰੂ ਕਰਨ ਦਾ ਮੁੜ ਤੋਂ ਐਲਾਨ ਕਰ ਦਿੱਤਾ ਹੈ। ਅੱਜ ਫਿਰ ਸਵੇਰੇ 3 ਵਜੇ ਤੜਕਸਾਰ ਤੋਂ ਬਾਅਦ ਜਾਮ ਲੱਗਾ ਸੀ। ਜਦੋਂ ਕਿਸਾਨਾਂ ਨੇ ਵਿਰੋਧ ਕੀਤਾ ਫਿਰ ਉਹ ਜਾਮ ਖਿਲਾਏ ਗਏ ਆ ਤੇ ਦਿੱਲੀ ਦੀ ਪੁਲਿਸ, ਮੋਦੀ ਸਰਕਾਰ ਆਮ ਲੋਕਾਂ ਨੂੰ ਰੋਜ਼ ਸਵੇਰੇ ਤੰਗ ਪਰੇਸ਼ਾਨ ਕਰਦੀ ਆ। ਅਰੇ ਚਾਹੀਦਾ ਨਹੀਂ ਹੈਗਾ। ਦੂਸਰਾ ਹੈਗਾ ਵੀ ਭਾਰਤ ਸਰਕਾਰ ਭਰੋਸੇ ਨਾ ਦੇਵੇ, ਉਹ ਅਮਲ 'ਚ ਕੰਮ ਕਰਕੇ ਖਾਏ। ਦਿੱਲੀ ਦੇ ਜਿੰਨੇ ਕੇਸ ਆ ਤੇ ਚੰਡੀਗੜ੍ਹ ਦੇ, ਉਹ ਸਾਰੇ ਕੇਂਦਰ ਦੇ ਅਧੀਨ ਸਿੱਧੇ ਆਉਂਦੇ ਹੈਗੇ। ਉਸੇ ਵੇਲੇ FIR ਖਾਰਜ ਕੀਤੀਆਂ ਜਾਣੀਆਂ। ਬਾਕੀ ਸੂਬਿਆਂ ਵਾਲੇ ਸਾਰੇ ਕੇਸ ਵਾਪਸ ਹੋਣੇ ਚਾਹੀਦੇ ਨੇ। ਪ੍ਰਦੂਸ਼ਣ ਐਕਟ, ਬਿਜਲੀ ਸੰਸ਼ੋਧਨ ਬਿੱਲ ਦੇ ਵਿੱਚ ਜੋ ਸ਼ੰਕੇ ਨੇ ਕਿਸਾਨਾਂ ਦੇ ਦੂਰ ਕੀਤੇ ਜਾਣੇ ਚਾਹੀਦੇ ਨੇ। ਉਹ ਮਸਲਿਆਂ ਦਾ ਹੱਲ ਹੋਣਾ ਚਾਹੀਦਾ। ਲਖੀਮਪੁਰ ਖੀਰੀ ਬਾਰੇ ਬੋਲਿਆ ਨਹੀਂ ਜਾ ਰਿਹਾ। ਅਜੇ ਮਿਸ਼ਰਾ ਜੀ ਅਸਤੀਫਾ ਦੇਣ ਤਾਂ ਹੀ ਉਹ ਜਿਹੜੇ ਪੁਲਿਸ ਕੇਸ ਨਿਰਪੱਖ ਜਾਂਚ ਹੋ ਕੇ ਜਿਹੜੇ ਸਾਡੇ 4 ਨੌਜਵਾਨ ਨਜਾਇਜ਼ ਫਸਾਏ ਹੋਏ ਆ 302 ਵਾਲੇ ਕੇਸ ਦੇ ਵਿੱਚ 2, ਉਹਨਾਂ ਨੂੰ ਬਾਹਰ ਕੱਢਿਆ ਜਾਣਾ ਚਾਹੀਦਾ। ਆਪ ਰੋਡਵੇਜ ਜਾਂ ਪਨ ਬੱਸ ਵਾਲੇ ਨੇ, ਉਹਨਾਂ ਨੂੰ ਵੀ ਜੋ ਵਾਅਦੇ ਕੀਤੇ ਉਹ ਪੂਰੇ ਨਹੀਂ ਕੀਤੇ ਗਏ, ਸੋ ਉਹ ਵੀ ਸਟ੍ਰਾਈਕ ਤੇ ਜਾ ਰਹੇ। ਅਸੀਂ ਸਾਰੇ ਮੁਲਾਜ਼ਮਾਂ ਦਾ ਜਿਹੜੀ ਸਮਰਥਨ ਕਰਦੇ। ਜੇ ਸਰਕਾਰ ਕੁਝ ਅਜਿਹਾ ਕਰਦੀ ਹੈ ਤਾਂ ਉਹਦਾ ਮੂੰਹ ਤੋੜਵਾਂ ਜਵਾਬ ਦੇਵਾਂਗੇ। ਦਿੱਲੀ ਵਾਲਾ ਮੋਰਚਾ 'ਚ ਬੈਠੇ ਹਾਂ। 13 ਤਰੀਕ ਨੂੰ ਸਾਡਾ ਵੀ ਪੰਜਾਬ ਵਿੱਚ ਰੇਲ ਰੋਕੋ ਆ। ਸਰਕਾਰ ਇਸ ਗੱਲ ਦਾ ਧਿਆਨ ਰੱਖੇ। ਧੰਨਵਾਦ। ਇਸੇ ਦਰਮਿਆਨ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਇੱਕ ਕਿਸਾਨ ਲੀਡਰ ਜਿਹੜੇ ਦਿੱਲੀ ਤੋਂ ਯੁੱਧਵੀਰ ਸਿੰਘ, ਉਹਨਾਂ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਫੋਨ ਕੀਤਾ ਹੈ। ਫੋਨ ਤੇ ਗੱਲਬਾਤ ਹੋਈ ਹੈ ਤੇ ਅਮਿਤ ਸ਼ਾਹ ਨੇ ਭਰੋਸਾ ਦਿਵਾਇਆ ਹੈ ਕਿ ਸਰਕਾਰ ਤੁਹਾਡੀਆਂ ਮੰਗਾਂ ਤੇ ਸੰਜੀਦਗੀ ਦੇ ਨਾਲ ਵਿਚਾਰ ਕਰ ਰਹੀ ਹੈ। ਬਾਕੀ ਮੰਗਾਂ ਨੇ ਜਿਹੜੀਆਂ ਉਹ ਵੀ ਮੰਨ ਲਈਆਂ ਜਾਣਗੀਆਂ। ਇਹ ਵੀ ਖਬਰਾਂ ਚੱਲ ਰਹੀਆਂ ਨੇ ਕਿ ਸਰਕਾਰ ਸਾਰੇ ਦੇਸ਼ ਦੇ ਵਿੱਚ ਕਿਸਾਨੀ ਸੰਘਰਸ਼ ਦੌਰਾਨ ਜਿਹੜੇ ਵੀ ਕਿਸਾਨ ਤੇ ਪਰਚਾ ਦਰਜ ਹੋਇਆ ਸਾਰੇ ਵਾਪਸ ਲੈਣ ਦਾ ਮਨ ਵੀ ਬਣਾ ਚੁੱਕੀ ਹੈ। ਖੈਰ, ਹਾਲ ਦੀ ਘੜੀ ਤਾਂ ਕਿਸਾਨ ਉੱਥੇ ਬੈਠੇ ਨੇ। ਕਿਸਾਨ ਲੀਡਰਾਂ ਨੇ ਕਿਹਾ ਕਿ ਜੇ ਸਾਨੂੰ ਲੱਗਿਆ ਕਿ ਸਰਕਾਰ ਸਾਡੀਆਂ ਮੰਗਾਂ ਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ ਤੇ ਸਾਨੂੰ ਲਿਖਤੀ ਕੋਈ ਭਰੋਸਾ ਦਿੱਤਾ ਤਾਂ ਫਿਰ ਅਸੀਂ ਸੋਚਾਂਗੇ ਕਿ ਅਸੀਂ ਮੋਰਚੇ ਨੇ ਜਿਹੜੇ ਉਹ ਅੱਗੇ ਚਲਾਉਣੇ ਨੇ ਤੇ ਜੇ ਖਤਮ ਕਰਨੇ ਨੇ ਤਾਂ ਕਦੋਂ ਇੱਥੋਂ ਵਾਪਸ ਜਾਣਾ। ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਕਿਹਾ ਕਿ ਕੇਂਦਰ ਸਰਕਾਰ ਸੋਮਵਾਰ ਨੂੰ 6 ਦਸੰਬਰ ਨੂੰ ਸੰਸਦ ਦੇ ਵਿੱਚ ਸਰਕਾਰੀ ਬੈਂਕਾਂ ਦੇ ਨਿੱਜੀਕਰਨ ਦਾ ਬਿੱਲ ਪੇਸ਼ ਕਰਨ ਜਾ ਰਹੀ ਹੈ। ਰਾਕੇਸ਼ ਟਿਕੈਤ ਨੇ ਟਵੀਟ ਕਰਕੇ ਕਿਹਾ ਕਿ ਮੈਂ ਅੰਦੋਲਨ ਦੀ ਸ਼ੁਰੂਆਤ ਵਿੱਚ ਹੀ ਸੁਚੇਤ ਕੀਤਾ ਸੀ ਕਿ ਅਗਲਾ ਨੰਬਰ ਬੈਂਕਾਂ ਦਾ ਹੋਏਗਾ। ਹੁਣ ਨਤੀਜਾ ਵੇਖਿਓ, 6 ਦਸੰਬਰ ਯਾਨੀ ਕਿ ਸੋਮਵਾਰ ਨੂੰ ਸੰਸਦ ਦੇ ਵਿੱਚ ਸਰਕਾਰੀ ਬੈਂਕਾਂ ਦੇ ਨਿੱਜੀਕਰਨ ਦਾ ਬਿੱਲ ਪੇਸ਼ ਹੋ ਰਿਹਾ ਹੈ। ਨਿੱਜੀਕਰਨ ਦੇ ਖਿਲਾਫ ਦੇਸ਼ ਭਰ ਵਿੱਚ ਸਾਂਝੇ ਅੰਦੋਲਨ ਦੀ ਲੋੜ ਹੈ ਤੇ ਇਸੇ ਨਿੱਜੀਕਰਨ ਦੇ ਖਿਲਾਫ ਬੈਂਕ ਨੇ ਜਿਹੜੇ ਉਹ ਹੜਤਾਲਾਂ ਤੇ ਵੀ ਜਾ ਰਹੇ ਨੇ। ਸੋ ਜੇਕਰ ਤੁਹਾਨੂੰ ਬੈਂਕ ਦੇ ਵਿੱਚ ਕੋਈ ਜ਼ਰੂਰੀ ਕੰਮ ਹੈ ਤਾਂ 15 ਦਸੰਬਰ ਤੋਂ ਪਹਿਲਾਂ ਨਿਪਟਾ ਲਿਓ। 16 ਤੋਂ 17 ਦਸੰਬਰ ਨੂੰ ਬੈਂਕ ਕਾਨੂੰਨ ਸੋਧ ਬਿੱਲ 2021 ਦੇ ਵਿਰੋਧ ਵਿੱਚ ਦੇਸ਼ ਭਰ ਦੇ ਬੈਂਕ ਬੰਦ ਰਹਿਣਗੇ। 18 ਦਸੰਬਰ ਨੂੰ ਵੀ ਬੈਂਕ ਅੱਧੇ ਦਿਨ ਲਈ ਖੁੱਲਣਗੇ। 19 ਦਸੰਬਰ ਨੂੰ ਐਤਵਾਰ ਦੀ ਛੁੱਟੀ ਰਹੇਗੀ। ਬੈਂਕ ਬਿੱਲ 2021 ਦੇ ਵਿਰੋਧ ਵਿੱਚ ਸ਼ਨੀਵਾਰ ਨੂੰ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਸ ਨੇ ਚੰਡੀਗੜ੍ਹ ਦੇ ਸੈਕਟਰ 17 ਸਥਿਤ ਬੈਂਕ ਚੌਂਕ ਦੇ ਵਿੱਚ ਧਰਨਾ ਦਿੱਤਾ। ਇੱਥੇ ਯੂਨੀਅਨ ਦੇ ਕਨਵੀਨਰ ਸੰਜੀਵ ਨੇ ਕਿਹਾ ਕਿ ਸਰਕਾਰ ਹਰੇਕ ਬਿੱਲ ਨੂੰ ਬੜੀ ਤੇਜ਼ੀ ਨਾਲ ਸੰਸਦ ਦੇ ਵਿੱਚ ਲੈ ਕੇ ਆਉਂਦੀ ਹੈ, ਬਿਨਾਂ ਕਿਸੇ ਚਰਚਾ ਤੋਂ ਬਹਿਸ ਤੋਂ ਇਸ ਨੂੰ ਪਾਸ ਕਰ ਦਿੰਦੀ ਹੈ ਤੇ ਖਮਿਆਜ਼ਾ ਆਮ ਲੋਕ ਭੁਗਤਦੇ ਨੇ। ਬਰਗਾੜੀ ਮੋਰਚੇ ਨੂੰ ਧੋਖੇ ਨਾਲ ਖਤਮ ਕਰਾਉਣ ਦੇ ਦੋਸ਼ ਹੇਠ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਹੈ। ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਦੇ ਬਾਹਰੋਂ ਹੁਕਮਨਾਮਾ ਜਾਰੀ ਕੀਤਾ। 5 ਸਿੰਘਾਂ ਦੇ ਨਾਲ ਹੁਕਮਨਾਮਾ ਜਾਰੀ ਕਰਦਿਆਂ ਉਹਨਾਂ ਨੇ ਸਿੱਖ ਸੰਗਤ ਨੂੰ ਕਿਹਾ ਕਿ ਜਦੋਂ ਤੱਕ ਕੈਪਟਨ ਅਮਰਿੰਦਰ ਸਿੰਘ ਨਿੱਜੀ ਤੌਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਸਪਸ਼ਟੀਕਰਨ ਨਹੀਂ ਦੇ ਦਿੰਦੇ, ਤਨਖਾਹ ਨਹੀਂ ਲਗਵਾ ਲੈਂਦੇ, ਉਦੋਂ ਤੱਕ ਉਹਨਾਂ ਨੂੰ ਕੋਈ ਸਹਿਯੋਗ ਨਾ ਕੀਤਾ ਜਾਵੇ। ਨਾ ਕਿਸੇ ਵੀ ਗੁਰਦੁਆਰੇ ਜਾਂ ਸੰਗਤੀ ਇਕੱਠ ਵਿੱਚ ਉਹਨਾਂ ਨੂੰ ਬੋਲਣ ਦਿੱਤਾ ਜਾਵੇ, ਨਾ ਹੀ ਕਿਸੇ ਕਿਸਮ ਦਾ ਸਹਿਯੋਗ ਤੇ ਮਾਣ ਸਨਮਾਨ ਦਿੱਤਾ ਜਾਵੇ। ਯਾਨੀ ਕਿ ਇੱਕ ਤਰੀਕੇ ਦਾ ਬਾਈਕਾਟ ਹੁੰਦਾ ਹੈ ਜਦੋਂ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕਿਸੇ ਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ ਹੈ। ਹਾਲਾਂਕਿ ਪੰਥ 'ਚੋਂ ਛੇਕਣ ਦਾ ਜਿਹੜਾ ਮਸਲਾ ਹੁੰਦਾ ਉਹ ਜ਼ਿਆਦਾ ਗੰਭੀਰ ਹੁੰਦਾ, ਪਰ ਜਿਹੜਾ ਤਨਖਾਹ ਲੱਗੇ ਵਾਲਾ ਵਿਅਕਤੀ ਹੁੰਦਾ ਉਹ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਆਪਣੀ ਤਨਖਾਹ ਲਗਵਾ ਕੇ ਉਸ ਨੂੰ ਪੂਰੀ ਕਰਵਾ ਕੇ ਸੁਰਖਰੂ ਹੋ ਸਕਦਾ ਹੈ। ਭਾਈ ਧਿਆਨ ਸਿੰਘ ਮਾਨ ਨੇ ਕਿਹਾ ਕਿ ਬੇਅਦਬੀ ਮਾਮਲੇ ਵਿੱਚ ਇਨਸਾਫ ਲੈਣ ਵਾਸਤੇ ਬਰਗਾੜੀ ਵਿਖੇ ਲਾਏ ਗਏ ਮੋਰਚੇ ਨੂੰ ਪੰਜਾਬ ਸਰਕਾਰ ਨੇ ਝੂਠਾ ਭਰੋਸਾ ਦੇ ਕੇ ਚੁਕਵਾਇਆ ਸੀ। ਉਹਨਾਂ ਕਿਹਾ ਕਿ 5 ਸਿੰਘਾਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਅਸੀਂ ਇਸ ਫੈਸਲੇ ਤੇ ਪਹੁੰਚੇ ਹਾਂ ਕਿ ਤਤਕਾਲੀ ਮੁੱਖ ਮੰਤਰੀ ਕੈਪਟਨ ਨੇ ਕਿਸੇ ਸਾਜ਼ਿਸ਼ ਦੇ ਤਹਿਤ ਮੋਰਚੇ ਨੂੰ ਖਤਮ ਕਰਵਾਇਆ ਸੀ, ਕਿਉਂਕਿ ਇਸ ਬਾਰੇ ਸਰਕਾਰ ਦੇ 2 ਮੰਤਰੀ ਸੁਖਜਿੰਦਰ
ਬਲਜਿੰਦਰ ਸਿੰਘ ਰੰਧਾਵਾ ਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ 3 ਵਿਧਾਇਕ ਹਰਮਿੰਦਰ ਸਿੰਘ ਗਿੱਲ, ਕੁਸ਼ਲਦੀਪ ਸਿੰਘ ਢਿੱਲੋਂ ਤੇ ਕੁਲਬੀਰ ਸਿੰਘ ਜ਼ੀਰਾ ਉਹਨਾਂ ਦੇ ਕੋਲੋਂ ਸਪਸ਼ਟੀਕਰਨ ਮੰਗਿਆ ਗਿਆ ਸੀ, ਕਿਉਂਕਿ ਇਹੀ ਸਰਕਾਰ ਦੇ ਏਲਚੀ ਬਣ ਕੇ ਬਰਗਾੜੀ ਮੋਰਚੇ ਪਹੁੰਚੇ ਸੀ। ਸਟੇਜ ਤੋਂ ਮੰਗਾਂ ਮੰਨਣ ਦਾ ਜਿਹੜਾ ਭਰੋਸਾ ਉਹ ਦਿਵਾਇਆ ਸੀਗਾ। ਤਾਂ ਜਦੋਂ ਇਹਨਾਂ ਨੇ ਸਪਸ਼ਟੀਕਰਨ ਦਿੱਤਾ, ਇਹਨਾਂ ਨੇ ਵੀ ਕਹਿੰਦੇ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਮੇਦਾਰ ਦੱਸਿਆ। ਸੋ 3-4 ਵਾਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਦਾ ਮੌਕਾ ਵੀ ਦਿੱਤਾ, ਪਰ ਉਹ ਇੱਕ ਵਾਰ ਵੀ ਪੇਸ਼ ਨਹੀਂ ਹੋਏ, ਸਗੋਂ ਚਿੱਠੀ ਭੇਜ ਕੇ ਤੱਥਾਂ ਨੂੰ ਹੋਰ ਰੂਪ ਦੇ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੰਥ ਨੂੰ ਗੁੰਮਰਾਹ ਕਰਨ ਦਾ ਯਤਨ ਕਰਦੇ ਰਹੇ। ਮੰਡ ਨੇ ਦੱਸਿਆ ਕਿ ਅਸੀਂ 5 ਦਸੰਬਰ ਨੂੰ ਕੈਪਟਨ ਨੂੰ ਆਖਰੀ ਮੌਕਾ ਦਿੱਤਾ ਸੀ, ਪਰ ਉਹ ਪੇਸ਼ ਨਹੀਂ ਹੋਇਆ। ਇਸ ਲਈ ਬੇਅਦਬੀ ਮਾਮਲੇ ਵਿੱਚ ਇਨਸਾਫ ਲੈਣ ਵਾਸਤੇ ਚੱਲ ਰਹੇ ਉਸ ਬਰਗਾੜੀ ਦੇ ਮੋਰਚੇ ਨੂੰ ਤਾਰਪੀਡੋ ਕਰਨ ਦੇ ਦੋਸ਼ ਹੇਠ ਕੈਪਟਨ ਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ ਹੈ। ਤੇ ਪੰਜਾਬ ਦੇ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੀ ਮਾਹੌਲ ਕਾਫੀ ਗਰਮਾਉਂਦਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਲੀਡਰ ਰਾਘਵ ਚੱਡਾ ਨੇ ਮੁੱਖ ਮੰਤਰੀ ਚੰਨੀ ਦੀ ਹਲਕੇ ਚਮਕੌਰ ਸਾਹਿਬ ਵਿਖੇ ਰੇਡ ਮਾਰ ਕੇ ਇੱਕ ਦਿਨ ਪਹਿਲਾਂ ਹੀ ਇਹ ਦਾਅਵਾ ਕੀਤਾ ਸੀ ਕਿ ਇੱਥੇ ਮਾਈਨਿੰਗ ਚੱਲ ਰਹੀ ਹੈ। ਚੰਨੀ ਦੀ ਨੱਕ ਹੇਠ ਰੇਤ ਮਾਫੀਆ ਜਿਹੜਾ ਉਹ ਲਗਾਤਾਰ ਸਰਗਰਮ ਹੈ। ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਚੰਨੀ ਵੀ ਐਕਸ਼ਨ ਮੋਡ ਵਿੱਚ ਆ ਗਏ। ਸੀਐਮ ਚੰਨੀ ਨੇ ਰੂਪਨਗਰ ਨਾਲ ਲੱਗਦੇ ਸਤਲੁਜ ਦਰਿਆ ਦੇ ਨਾਲ ਮਾਈਨਿੰਗ ਸਾਈਟ ਤੇ ਅਚਾਨਕ ਐਤਵਾਰ ਨੂੰ ਛਾਪਾ ਮਾਰਿਆ। ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਉਧਰ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚੰਗੀ ਭਾਜੀ ਮੋੜੀ ਹੈ। ਵਾਰੀ ਦਾ ਵੱਟਾ ਲਾਉਂਦੇ ਹੋਏ ਨਵਜੋਤ ਸਿੰਘ ਸਿੱਧੂ ਨਵੀਂ ਦਿੱਲੀ ਪਹੁੰਚ ਗਏ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਿਵਲ ਲਾਈਨਸ ਵਿਚਲੀ ਰਿਹਾਇਸ਼ ਦੇ ਬਾਹਰ ਦਿੱਲੀ ਦੇ ਗੈਸਟ ਟੀਚਰਾਂ ਦੇ ਵੱਲੋਂ ਰੈਗੂਲਰ ਕਰਨ ਦੀ ਮੰਗ ਨੂੰ ਜਿਹੜਾ ਧਰਨਾ ਦਿੱਤਾ ਜਾ ਰਿਹਾ ਹੈ, ਉਹਦੇ ਵਿੱਚ ਜਾ ਕੇ ਸਿੱਧੂ ਸ਼ਾਮਿਲ ਹੋ ਗਏ। ਸਿੱਧੂ ਨੇ ਕੇਜਰੀਵਾਲ ਤੇ ਨਿਸ਼ਾਨੇ ਕਸਦਿਆਂ ਕਿਹਾ ਕਿ ਉਹ ਹੋਰਨਾਂ ਸੂਬਿਆਂ 'ਚ ਗਰੰਟੀਆਂ ਦੇਣ ਦੀ ਥਾਂ ਆਪਣੇ ਸੂਬੇ ਦਿੱਲੀ ਦੇ ਅਧਿਆਪਕਾਂ ਦੀਆਂ ਮੰਗਾਂ ਵੱਲ ਧਿਆਨ ਦੇਣ। ਦਰਅਸਲ ਕੇਜਰੀਵਾਲ ਨੇ ਹੁਣੇ ਜਿਹੇ ਪੰਜਾਬ ਦੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਵਿੱਚ ਜਿਹੜੇ ਸਿੱਖਿਆ ਭਵਨ ਦੇ ਬਾਹਰ ਧਰਨੇ ਤੇ ਬੈਠੇ ਅਧਿਆਪਕ ਨੇ, ਉਹਨਾਂ ਦੇ ਧਰਨੇ ਵਿੱਚ ਸ਼ਾਮਿਲ ਹੋਏ ਸੀ ਤੇ ਜਿਹੜੀ ਟਾਵਰ ਤੇ ਚੜੀ ਬੈਠੀ ਬੇਰੁਜ਼ਗਾਰ ਅਧਿਆਪਕਾ ਹੈ, ਉਸ ਦੇ ਨਾਲ ਵੀ ਉਹਨਾਂ ਨੇ ਮੁਲਾਕਾਤ ਕੀਤੀ ਸੀ। ਉਸ ਤੋਂ ਬਾਅਦ ਲਗਾਤਾਰ ਦਿੱਲੀ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਪੰਜਾਬ ਤੇ ਦਿੱਲੀ ਦੇ ਮੁੱਖ ਮੰਤਰੀ ਆਪੋ ਆਪਣੇ ਸੂਬਿਆਂ ਦੇ ਵਿੱਚ ਸਿੱਖਿਆ ਬਿਹਤਰ ਹੋਣ ਨੂੰ ਲੈ ਕੇ ਭਿੜ ਰਹੇ ਨੇ। ਸਿੱਧੂ ਨੇ ਕਿਹਾ ਟੀਚਰ ਇੱਥੇ ਨੇ, ਕੇਜਰੀਵਾਲ ਕਿੱਥੇ ਨੇ? ਭੋਲੀ ਸੂਰਤ ਦਿਲ ਦੇ ਖੋਟੇ, ਨਾਮ ਬੜੇ ਔਰ ਦਰਸ਼ਨ ਛੋਟੇ, ਉੱਚੀ ਦੁਕਾਨ ਹੈ ਫੀਕਾ ਪਕਵਾਨ ਹੈ, ਨੌਟੰਕੀ ਬੰਦ ਕਰੋ, ਝੂਠੇ ਵਾਅਦੇ ਬੰਦ ਕਰੋ, ਇਹ ਨਾਰੇ ਵੀ ਲਗਾਤਾਰ ਸਿੱਧੂ ਨੇ ਲਾਏ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਭਾਰਤ ਪਾਕਿਸਤਾਨ ਬਾਰਡਰ ਮੁੜ ਤੋਂ ਖੋਲ੍ਹਣ ਦੀ ਵਕਾਲਤ ਵੀ ਕੀਤੀ ਹੈ। ਸਿੱਧੂ ਨੇ ਕਿਹਾ ਕਿ ਪੰਜਾਬ ਨੂੰ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਦੋਵਾਂ ਮੁਲਕਾਂ ਦੇ ਬਾਰਡਰ ਬੰਦ ਹੋਣ ਦੇ ਕਾਰਨ ਪੰਜਾਬ ਨੂੰ ਕਰੀਬ 4000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਸਿੱਧੂ ਨੇ ਕੇਜਰੀਵਾਲ ਤੇ ਨਿਸ਼ਾਨਾ ਲਾਉਂਦਿਆਂ ਹੋਇਆਂ ਇਹ ਵੀ ਕਿਹਾ ਕਿ ਕੇਜਰੀਵਾਲ ਕਹਿ ਰਹੇ ਨੇ ਪੰਜਾਬ 'ਚ ਨਕਲੀ ਕੇਜਰੀਵਾਲ ਘੁੰਮ ਰਿਹਾ ਹੈ, ਪਰ ਮੈਂ ਕਹਿੰਦਾ ਹਾਂ ਕਿ ਪੰਜਾਬ ਦੇ ਵਿੱਚ ਕਈ ਨਕਲੀ ਸਿੱਧੂ ਵੀ ਘੁੰਮ ਰਹੇ ਨੇ। ਕੇਜਰੀਵਾਲ ਪੰਜਾਬ 'ਚ ਆ ਕੇ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਈਆ ਪੈਨਸ਼ਨ ਦੇਣ ਦੀ ਗੱਲ ਕਰਦਾ ਹੈ। ਸਾਡੀਆਂ ਔਰਤਾਂ ਕੋਈ ਭਿਖਾਰਨਾ ਨਹੀਂ ਹੈਗੀਆਂ। ਜੇਕਰ ਕੋਈ ਆ ਕੇ ਮੇਰੀ ਪਤਨੀ ਨੂੰ 1000 ਰੁਪਈਆ ਦੇਵੇ, ਮੈਂ ਤਾਂ ਇਸ ਨੂੰ ਚੁੱਕ ਕੇ ਬਾਹਰ ਸੁੱਟ ਦਿਆਂ। ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਇਸ ਸਿਆਸੀ ਜੰਗ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਜਿਹੜੇ ਤਾਜ਼ੇ ਬੀਜੇਪੀ ਵਾਲੇ ਬਣੇ ਨੇ, ਉਹਨਾਂ ਨੇ ਵੀ ਇਹਦੇ ਵਿੱਚ ਛਾਲ ਮਾਰੀ ਹੈ। ਮਨਜਿੰਦਰ ਸਿੰਘ ਸਿਰਸਾ ਨੇ ਸਿੱਧੂ ਤੇ ਕੇਜਰੀਵਾਲ ਦੋਵਾਂ ਨੂੰ ਢੋਂਗੀ ਦੱਸਿਆ ਹੈ। ਕਹਿੰਦੇ ਦੋਵੇਂ ਆਪੋ ਆਪਣੀ ਰਾਜਨੀਤੀ ਚਮਕਾ ਰਹੇ ਨੇ, ਜਦਕਿ ਅਧਿਆਪਕਾਂ ਦੀ ਮਦਦ ਕਰਨ ਦਾ ਦੋਵਾਂ ਦਾ ਹੀ ਕੋਈ ਇਰਾਦਾ ਨਹੀਂ ਹੈਗਾ, ਸਿਰਫ ਤੇ ਸਿਰਫ ਸਿਆਸਤ ਚਮਕਾ ਰਹੇ ਨੇ। ਤੇ ਨਵਜੋਤ ਸਿੰਘ ਸਿੱਧੂ ਨੇ ਜਿਹੜੀ ਭਾਰਤ ਪਾਕਿਸਤਾਨ ਬਾਰਡਰ ਤੇ ਮੁੜ ਵਪਾਰ ਸ਼ੁਰੂ ਕਰਨ ਦੀ ਮੰਗ ਕੀਤੀ ਹੈ, ਉਸ ਦਾ ਕਾਂਗਰਸ ਦੇ ਹੀ ਅਨੰਦਪੁਰ ਸਾਹਿਬ ਤੋਂ MP ਮਨੀਸ਼ ਤਿਵਾੜੀ ਨੇ ਜਵਾਬ ਦਿੱਤਾ ਹੈ। ਉਹਨਾਂ ਨੇ ਪ੍ਰਤੀਕਿਰਿਆ ਦਿੰਦਾ ਕਿਹਾ ਕਿ ਜੋ ਤੱਕ ਪਾਕਿਸਤਾਨ ਡਰੋਨਾਂ ਰਾਹੀਂ ਭਾਰਤ ਵਿੱਚ ਅੱਤਵਾਦੀਆਂ ਨੂੰ ਭੇਜਣਾ ਤੇ ਸਾਡੇ ਇਲਾਕਿਆਂ ਵਿੱਚ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਨੂੰ ਛੱਡਣਾ ਬੰਦ ਨਹੀਂ ਕਰਦਾ, ਉਦੋਂ ਤੱਕ ਪਾਕਿਸਤਾਨ ਨਾਲ ਵਪਾਰ ਨੂੰ ਲੈ ਕੇ ਕੋਈ ਵੀ ਗੱਲਬਾਤ ਕਰਨੀ ਬੇਕਾਰ ਤੇ ਅਰਥਹੀਣ ਹੈ। ਉਧਰ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਹੋਰ ਧਮਾਕਾ ਉਦੋਂ ਹੋਇਆ ਜਦੋਂ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਲੋਕ ਸਭਾ ਸੰਗਰੂਰ ਤੋਂ ਮੈਂਬਰ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕਰਕੇ ਦਾਅਵਾ ਕੀਤਾ ਕਿ ਮੈਨੂੰ ਬੀਜੇਪੀ ਨੇ ਖਰੀਦਣ ਦੀ ਜਿਹੜੀ ਹੈਗੀ ਹੈ ਉਹ ਕੋਸ਼ਿਸ਼ ਕੀਤੀ, ਪਰ ਮੈਨੂੰ ਕੋਈ ਪੈਸੇ ਨਾਲ ਖਰੀਦ ਨਹੀਂ ਸਕਦਾ ਕਿਉਂਕਿ ਮੈਂ ਮਿਸ਼ਨ ਉੱਤੇ ਹਾਂ, ਕਮਿਸ਼ਨ ਉੱਤੇ ਨਹੀਂ ਹਾਂ। ਪੈਸਿਆਂ ਤੇ ਕੈਬਨਿਟ ਰੈਂਕ ਦੀ ਪੇਸ਼ਕਸ਼ ਕਰਨ ਦਾ ਦੋਸ਼ ਲਾਇਆ ਭਗਵੰਤ ਮਾਨ ਨੇ। ਕਿਹਾ ਕਿ 4 ਦਿਨ ਪਹਿਲਾਂ ਮੈਨੂੰ ਬੀਜੇਪੀ ਦੇ ਵੱਡੇ ਲੀਡਰ ਦਾ ਫੋਨ ਆਇਆ ਸੀ ਤੇ ਮੈਨੂੰ ਬੀਜੇਪੀ 'ਚ ਆਉਣ ਦੀ ਪੇਸ਼ਕਸ਼ ਹੈ ਜਿਹੜੀ ਉਹ ਕੀਤੀ ਗਈ। ਆਮ ਆਦਮੀ ਪਾਰਟੀ ਦੇ ਕਿਸੇ ਵੀ ਵਰਕਰ ਨੂੰ ਖਰੀਦਣ ਦੀ ਕੋਸ਼ਿਸ਼ ਨਾ ਕਰਿਓ ਬੀਜੇਪੀ ਵਾਲਿਓ, ਕਿਉਂਕਿ ਭਗਵੰਤ ਮਾਨ ਜਦੋਂ ਮਾਰਕੀਟ ਵਿੱਚ ਹੀ ਨਹੀਂ ਹੈ ਤਾਂ ਉਹਦਾ ਮੁੱਲ ਕੀ ਪਾਉਂਗੇ। ਮੈਨੂੰ ਪੈਸਿਆਂ ਦਾ ਕੋਈ ਲਾਲਚ ਨਹੀਂ ਹੈ, ਨਾ ਹੀ ਮੈਨੂੰ ਕੋਈ ਖਰੀਦ ਸਕਦਾ। ਮੈਂ ਪੰਜਾਬ ਦੇ ਲੋਕਾਂ ਲਈ, ਪੰਜਾਬੀਅਤ ਲਈ ਖੜਾ, ਉਹਨਾਂ ਦੇ ਵਿਸ਼ਵਾਸ ਉੱਤੇ ਖੜਾ ਹਾਂ। ਕਹਿੰਦੇ ਮੈਂ ਆਪਣਾ ਪੈਸੇ ਬਣਾਉਣ ਵਾਲਾ ਕਰੀਅਰ ਛੱਡ ਕੇ ਹੀ ਆਮ ਆਦਮੀ ਪਾਰਟੀ ਬਣਾਈ ਹੈ ਤੇ ਆਮ ਆਦਮੀ ਪਾਰਟੀ ਨੂੰ 2014 ਤੋਂ ਲੈ ਕੇ ਹੁਣ ਤੱਕ ਖੂਨ ਪਸੀਨੇ ਦੇ ਨਾਲ ਸਿੰਜਿਆ ਹੈ। ਇਹ ਕਿਹਾ ਕਿ ਮੈਂ ਸੰਸਦ ਵਿੱਚ ਸਭ ਤੋਂ ਵੱਧ ਸਵਾਲ ਪੁੱਛਦਾ, ਸ਼ਾਇਦ ਮੈਨੂੰ ਚੁੱਪ ਕਰਾਉਣ ਦੇ ਲਈ ਹੀ ਮੈਨੂੰ ਆਫਰ ਦਿੱਤੀ ਗਈ ਹੈ, ਪਰ ਬੀਜੇਪੀ ਦੇ ਕੋਲ ਉਹ ਨੋਟ ਨਹੀਂ ਹੈਗੇ ਜਿਹੜੇ ਮੈਨੂੰ ਖਰੀਦ ਸਕਣ।
ਬੀਜੇਪੀ ਦੇ ਇੱਕ ਬਹੁਤ ਵੱਡੇ ਨੇਤਾ ਦਾ ਫੋਨ ਆਇਆ, ਬਹੁਤ ਵੱਡੇ ਨੇਤਾ ਦਾ। ਉਹਨੇ ਮੈਨੂੰ ਕਿਹਾ ਕਿ ਮਾਨ ਸਾਹਿਬ ਤੁਸੀਂ ਦੱਸੋ ਬੀਜੇਪੀ ਚ ਆਉਣ ਦਾ ਕੀ ਲਾਓਗੇ, ਕੀ ਰਕਮ ਚਾਹੀਦੀ ਹੈ ਉਹ ਦੱਸ ਦਿਓ, ਜਾਂ ਫਿਰ ਕਿਉਂਕਿ ਤੁਸੀਂ ਐਮਪੀ ਹੋ ਔਰ ਤੁਸੀਂ ਇਕਲੌਤੇ ਐਮਪੀ ਹੋ, ਇਸ ਕਰਕੇ ਤੁਹਾਡੇ ਤੇ ਐਂਟੀ ਡਿਫੈਕਸ਼ਨ ਲਾਅ ਲਾਗੂ ਨਹੀਂ ਹੁੰਦਾ। ਜੇ ਤੁਸੀਂ ਬੀਜੇਪੀ ਚ ਆ ਜਾਓ ਅਸੀਂ ਤੁਹਾਨੂੰ ਕੈਬਨਿਟ ਮੰਤਰੀ ਬਣਾ ਦਾਂਗੇ, ਤੇ ਇਹ ਦੱਸ ਦਿਓ ਕਿਹੜਾ ਮਹਿਕਮਾ ਚਾਹੀਦਾ ਕੈਬਨਿਟ ਚ, ਪੋਰਟਫੋਲੀਓ ਕਿਹੜਾ ਚਾਹੀਦਾ ਸਾਨੂੰ ਦੱਸੋ। ਮੈਂ ਉਹਨਾਂ ਨੂੰ ਕਿਹਾ ਕਿ ਜੀ ਮੈਂ ਮਿਸ਼ਨ ਤੇ ਹਾਂ, ਮੈਂ ਕਮਿਸ਼ਨ ਤੇ ਨਹੀਂ ਹੈਗਾ। ਮਿਸ਼ਨ ਤੇ ਕਮਿਸ਼ਨ ਚ ਕੱਕੇ ਦਾ ਹੀ ਫਰਕ ਹੁੰਦਾ। ਮੈਂ ਕਿਹਾ ਉਹ ਹੋਰ ਹੋਣਗੇ ਜਿਨ੍ਹਾਂ ਨੂੰ ਤੁਸੀਂ ਖਰੀਦ ਲੈਂਦੇ ਹੋ, ਉਹ ਨੋਟ ਹਜੇ ਬਣੇ ਨਹੀਂ ਜਿਹੜੇ ਭਗਵੰਤ ਮਾਨ ਨੂੰ ਖਰੀਦ ਸਕਣ। ਮੈਂ ਆਪਣਾ ਕੈਰੀਅਰ ਪੀਕ ਤੇ ਜਦੋਂ ਸੀਗਾ, ਪੈਸੇ ਕਮਾਉਣ ਵਾਲਾ ਕੈਰੀਅਰ ਛੱਡ ਕੇ ਪੰਜਾਬ ਦੇ ਹੱਕ 'ਚ ਆਇਆ ਮੈਂ, ਔਰ ਪਾਰਟੀ ਜਿਹੜੀ ਹੈ ਉਹ ਮੈਂ ਆਪ ਬਣਾਈ ਹੈ, ਖੂਨ ਪਸੀਨੇ ਦੇ ਨਾਲ ਸਿੰਜੀ ਆਮ ਆਦਮੀ ਪਾਰਟੀ 2014 ਤੋਂ ਲੈ ਕੇ ਹੁਣ ਤੱਕ। ਤੇ ਲੋਕ ਮੇਰੇ ਤੇ ਵਿਸ਼ਵਾਸ ਕਰਦੇ ਆ ਕਿ ਹਾਂ ਇਹ ਜਿੱਥੇ ਖੜਾ ਹੈ। ਭਗਵੰਤ ਮਾਨ ਨੇ ਸੀਐਮ ਚਰਨਜੀਤ ਸਿੰਘ ਚੰਨੀ ਤੇ ਵੀ ਨਿਸ਼ਾਨਾ ਕੱਸਿਆ। ਕਹਿੰਦੇ 72 ਦਿਨਾਂ ਦਾ ਰਿਪੋਰਟ ਕਾਰਡ ਦੇਣ ਨਾਲ ਕੰਮ ਨਹੀਂ ਚੱਲਣਾ। ਪੰਜਾਬ ਦੇ ਲੋਕ ਪੌਣੇ 5 ਸਾਲਾਂ ਦਾ ਹਿਸਾਬ ਮੰਗਣਗੇ। ਪੰਜਾਬ ਦਾ ਇਹਨਾਂ ਨੇ ਜੋ ਵਿਗਾੜਨਾ ਸੀ ਉਹ ਵਿਗਾੜ ਦਿੱਤਾ। ਹੁਣ ਕੱਲੇ ਐਲਾਨਾਂ ਨਾਲ ਕੁਝ ਨਹੀਂ ਬਣਨਾ, ਐਲਾਨਾਂ ਤੇ ਅਮਲ ਕਰਨਾ ਪਵੇਗਾ, ਪਰ ਹੁਣ ਉਹਨਾਂ ਸਮਾਂ ਨਹੀਂ ਹੈ। ਸੋ ਭਗਵੰਤ ਮਾਨ ਨੇ ਇਲਜ਼ਾਮ ਲਾਇਆ ਤੇ ਬੀਜੇਪੀ ਵਾਲੇ ਜਵਾਬ ਨਾ ਦੇਣ, ਇਹ ਤਾਂ ਹੋ ਨਹੀਂ ਸਕਦਾ। ਬੀਜੇਪੀ ਲੀਡਰ ਅਨਿਲ ਸਰੀਨ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਬਹੁਤ ਹਾਸਾ ਆਇਆ ਹੈ ਕਿ ਸੱਚੀ ਭਗਵੰਤ ਮਾਨ ਨੂੰ ਬੀਜੇਪੀ ਵਾਲਿਆਂ ਨੇ ਫੋਨ ਕੀਤਾ ਸੀ। ਅਸੀਂ ਸਾਰੇ ਇਹਨਾਂ ਦੀਆਂ ਨੂੰ ਜਾਣਦੇ ਆ। ਭਗਵੰਤ ਮਾਨ ਨੂੰ ਆਪ ਦੇ ਵਿੱਚ ਤਾਂ ਕੋਈ ਪੁੱਛਦਾ ਨਹੀਂ ਹੈਗਾ। ਮੁੱਖ ਮੰਤਰੀ ਬਣਨਾ ਚਾਹੁੰਦੇ ਨੇ ਪਰ ਕੋਈ ਮੂੰਹ ਨਹੀਂ ਲਾ ਰਿਹਾ, ਤੇ ਹੁਣ ਬੀਜੇਪੀ ਤੇ ਜੋ ਇਲਜ਼ਾਮ ਲਾਇਆ ਗਿਆ ਉਹ ਮਨਘੜਤ ਹੈ ਤੇ ਨਿਰਆਧਾਰ ਹੈ, ਕਿਉਂਕਿ ਭਗਵੰਤ ਮਾਨ ਕੇਜਰੀਵਾਲ ਮੂਹਰੇ ਆਪਣੀ ਬੁੱਕਤ ਵਧਾਉਣ ਦੇ ਲਈ ਇਹ ਇਲਜ਼ਾਮ ਲਾ ਰਹੇ ਨੇ। ਤੇ ਨਵੇਂ ਬੀਜੇਪੀਅਨ ਬਣੇ ਮਨਜਿੰਦਰ ਸਿੰਘ ਸਿਰਸਾ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਕਹਿੰਦੇ ਭਗਵੰਤ ਮਾਨ ਨੇ ਮੁੱਖ ਮੰਤਰੀ ਦਾ ਚਿਹਰਾ ਬਣਨ ਲਈ ਸਾਰਾ ਕੁਝ ਕਰਕੇ ਵੇਖ ਲਿਆ ਹੈ ਕਿ ਉਹਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਵੇ। ਉਸਨੇ ਲੋਕਾਂ ਤੋਂ ਨਾਅਰੇ ਵੀ ਮਰਵਾ ਲਏ ਪਰ ਕੇਜਰੀਵਾਲ ਉਹਦੀ ਸੁਣਦਾ ਨਹੀਂ ਹੈਗਾ, ਇਸ ਕਰਕੇ ਉਹਨੇ ਆਖਰੀ ਪੱਤਾ ਖੇਡਿਆ। ਗੱਲ ਪੰਜਾਬ ਦੀ ਸਿਆਸਤ ਦੀ ਚੱਲ ਰਹੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਵੀ ਕਰਨੀ ਪਵੇਗੀ। ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਡਾਕਟਰ ਦਲਜੀਤ ਸਿੰਘ ਚੀਮਾ ਨੇ ਚੰਨੀ ਸਰਕਾਰ ਤੇ ਹਮਲਾ ਕੀਤਾ ਹੈ। ਉਹਨਾਂ ਨੇ ਚੰਨੀ ਰੰਧਾਵਾ ਤੇ ਸਿੱਧੂ ਖਿਲਾਫ ਸਾਜ਼ਿਸ਼ਾਂ ਦੇ ਦੋਸ਼ ਲਾਏ ਨੇ। ਚੀਮਾ ਨੇ ਕਿਹਾ ਕਿ ਪਹਿਲੀ ਸਾਜ਼ਿਸ਼ ਗ੍ਰਹਿ ਮੰਤਰੀ ਸੁਖੀ ਰੰਧਾਵਾ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੁਖਬੀਰ ਬਾਦਲ ਖਿਲਾਫ ਰਚੀ ਸੀ, ਜਿਸ ਖਿਲਾਫ ਅਸੀਂ ਰਾਜਪਾਲ ਨੂੰ ਚਿੱਠੀ ਵੀ ਲਿਖੀ ਸੀ। ਦਲਜੀਤ ਸਿੰਘ ਚੀਮਾ ਨੇ ਦੋਸ਼ ਲਾਇਆ ਕਿ ਜਿਹੜੀ ਕਾਂਗਰਸ ਦੀ ਸਰਕਾਰ ਹੈ, ਜਿਹਦੇ ਮੁੱਖ ਮੰਤਰੀ ਚੰਨੀ ਨੇ, ਪ੍ਰਧਾਨ ਸਿੱਧੂ ਨੇ ਅਤੇ ਗ੍ਰਹਿ ਮੰਤਰੀ ਰੰਧਾਵਾ ਨੇ, ਇਹ ਸਾਡੇ ਲੀਡਰਾਂ ਨੂੰ ਜੇਲ੍ਹਾਂ ਦੇ ਵਿੱਚ ਦੇਣਾ ਚਾਹੁੰਦੇ ਨੇ। ਇਹਨਾਂ ਦੀ ਮਨਸ਼ਾ ਹੈ ਕਿ ਸੁਖਬੀਰ ਬਾਦਲ ਜਾਂ ਫਿਰ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਜਾਵੇ। ਇੱਥੋਂ ਤੱਕ ਇਲਜ਼ਾਮ ਲਾਇਆ ਕਿ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਤਾਂ ਬਿਕਰਮ ਮਜੀਠੀਆ ਨੂੰ ਅੰਦਰ ਨਾ ਕਰਨ ਤੇ ਮਰਨ ਵਰਤ ਦੀ ਧਮਕੀ ਤੱਕ ਦੇ ਦਿੱਤੀ। ਇਹਨਾਂ ਨੂੰ ਜੁਡੀਸ਼ਰੀ ਦੀ ਕੋਈ ਇੱਜ਼ਤ ਨਹੀਂ ਹੈ। ਅਫਸਰਾਂ ਨੂੰ ਗਲਤ ਕੰਮ ਕਰਕੇ ਧਮਕੀਆਂ ਦਿੰਦੇ ਨੇ ਤੇ ਜੇ ਅਫਸਰ ਗਲਤ ਕੰਮ ਕਰਨ ਤੋਂ ਇਨਕਾਰ ਕਰ ਦੇਣ ਤਾਂ ਉਹਨਾਂ ਦੀਆਂ ਬਦਲੀਆਂ ਕਰ ਦਿੰਦੇ ਨੇ। ਇਸੇ ਕਰਕੇ ਪੰਜਾਬ ਦੇ ਵਿੱਚ ਆਏ ਦਿਨ ਤਬਾਦਲੇ ਹੋ ਰਹੇ ਨੇ। ਚੀਮਾ ਨੇ ਕਿਹਾ ਕਿ ਤੀਜੀ ਸਾਜ਼ਿਸ਼ ਤਹਿਤ ਤਾਂ ਚੰਡੀਗੜ੍ਹ ਤੋਂ ਹੈਲੀਕਾਪਟਰ ਭਰ ਕੇ ਦਿੱਲੀ ਗਿਆ ਸੀ, ਜਿਹਦੇ ਵਿੱਚ ਡਿਪਟੀ ਸੀਐਮ ਰੰਧਾਵਾ, ਐਮਐਲਏ ਜ਼ੀਰਾ ਤੇ ਹੋਰ ਅਧਿਕਾਰੀ ਦਿੱਲੀ ਗਏ। ਉਹਨਾਂ ਨੇ ਕਿਹਾ ਕਿ ਇਹ ਬਸ ਸਿਰਫ ਤੇ ਸਿਰਫ ਇਹ ਚਾਹੁੰਦੇ ਨੇ ਕਿ ਸੁਖਬੀਰ ਬਾਦਲ ਤੇ ਮਜੀਠੀਆ ਜੇਲ੍ਹਾਂ ਦੇ ਵਿੱਚ ਬਿਠਾ ਦਈਏ। ਅਗਲੀ ਜਿਹੜੀ ਕਨਸਪੀਰੇਸੀ ਪਾਰਟ 3, ਕਿਉਂਕਿ ਦੋ ਤਾਂ ਅਸੀਂ ਪਹਿਲਾਂ ਕੀਤੀਆਂ ਸੀ, ਜਦ ਜਹਾਜ਼ ਭਰ ਕੇ ਤੇ ਸਾਜ਼ਿਸ਼ ਰਚਣ ਵਾਸਤੇ ਦਿੱਲੀ ਗਿਆ। ਕੱਲ ਦੁਪਹਿਰ ਨੂੰ ਇੱਕ ਹੈਲੀਕਾਪਟਰ ਸਾਡੇ ਚੰਡੀਗੜ੍ਹ ਤੋਂ ਉੱਡ ਕੇ ਸਾਡੇ ਡਿਪਟੀ ਸੀਐਮ ਸਾਹਿਬ ਰੰਧਾਵਾ ਸਾਹਿਬ, ਉਹਨਾਂ ਦੇ ਨਾਲ ਜਿਹੜਾ ਕਾਂਗਰਸ ਦਾ ਇੱਕ ਨੌਜਵਾਨ ਐਮਐਲਏ ਜੀਰਾ ਸਾਹਿਬ, ਨਾਲ ਉਹਨਾਂ ਦੇ ਡੀਜੀਪੀ ਸਾਹਿਬ, ਨਾਲ ਉਹਨਾਂ ਦੇ ਸਰਦਾਰ ਹਰਪ੍ਰੀਤ ਸਿੰਘ ਸਿੱਧੂ ਸਾਹਿਬ, ਨਾਲ ਐਸਕੇ ਅਸਤਾਨਾ ਸਾਹਿਬ, ਇਹ ਫਿਰ ਕੱਲ ਦਿੱਲੀ ਮੀਟਿੰਗ ਕਰਕੇ ਆਏ। ਔਰ ਚੰਨੀ ਸਾਹਿਬ ਆਲ ਇੰਡੀਆ ਕਾਂਗਰਸ ਕਮੇਟੀ ਦੀ ਕਮਾਂਡ ਲੈ ਕੇ, ਡਾਇਰੈਕਸ਼ਨ ਲੈ ਕੇ ਉੱਥੇ T4 에ਅਰਪੋਰਟ ਤੇ ਲਾਂਚ ਦੇ ਵਿੱਚ ਉਹਨਾਂ ਦੀ ਵੇਟ ਕਰ ਰਹੇ ਸੀ। ਉੱਥੇ ਕੱਲ ਫਿਰ ਮੀਟਿੰਗ ਹੋਈ ਆ ਭਈ ਕਾਂਗਰਸ ਤਾਂ ਬਚਦੀ ਆ ਜੇ ਬਿਕਰਮ ਸਿੰਘ ਮਜੀਠੀਆ ਦੇ ਉੱਤੇ 164 ਦਾ ਕੋਈ ਬਿਆਨ ਕਰਾ ਕੇ ਕੁਛ ਕਰਾ ਦਿਓ। ਕਿਸੇ ਤਰੀਕੇ ਸਰਦਾਰ ਬਿਕਰਮ ਸਿੰਘ ਮਜੀਠੀਆ ਨੂੰ ਭਾਵੇਂ ਇੱਕ ਦਿਨ ਵਾਸਤੇ ਫੜ ਕੇ ਅੰਦਰ ਦੇ ਦਿਓ ਤੇ ਜਿਵੇਂ ਮਰਜ਼ੀ ਆ ਉਹਦਾ ਕੇਸ ਦੇ ਵਿੱਚ
ਨਾ ਪਾ ਦੇਣ। ਮੈਂ ਸਮਝਦਾ ਕਿ ਇਹ ਜਿਹੜੀ ਹਵਸ ਹੈ ਕਾਂਗਰਸ ਪਾਰਟੀ ਦੀ, ਪੰਜਾਬ ਦੇ ਸਿੱਖਿਆ ਮੰਤਰੀ ਤੇ ਖੇਡ ਮੰਤਰੀ ਪ੍ਰਗਟ ਸਿੰਘ ਦੇ ਘਰ ਨੂੰ ਰੋਜ਼ਾਨਾ ਬੇਰੁਜ਼ਗਾਰਾਂ ਦਾ ਘੇਰਾ ਪੈ ਰਿਹਾ ਹੈ। ਜਲੰਧਰ ਦੇ ਵਿੱਚ 180 ETT ਅਧਿਆਪਕਾਂ ਨੇ ਆਪਣੀ ਮੰਗ ਨੂੰ ਲੈ ਕੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਦੀ ਜਲੰਧਰ ਵਿਚਲੀ ਕੋਠੀ ਦੇ ਮੂਹਰੇ ਲਗਾਤਾਰ ਰੋਸ ਮੁਜ਼ਾਹਰਾ ਕੀਤਾ। ਮੰਗਾਂ ਨਾ ਮੰਨਣ ਦੀ ਸੂਰਤ ਦੇ ਵਿੱਚ ਮੰਗਲਵਾਰ ਤੋਂ ਪੱਕੇ ਮੋਰਚੇ ਦਾ ਐਲਾਨ ਕਰ ਦਿੱਤਾ। ਇੱਕ ਦਿਨ ਪਹਿਲਾਂ ਵੀ ਤੜਕੇ 6 ਵਜੇ ਸ਼ਨੀਵਾਰ ਨੂੰ ਇਹਨਾਂ ਅਧਿਆਪਕਾਂ ਨੇ ਪ੍ਰਗਟ ਸਿੰਘ ਦੀ ਕੋਠੀ ਨੂੰ ਘੇਰਾ ਪਾਇਆ ਸੀ ਤਾਂ ਸਿੱਖਿਆ ਮੰਤਰੀ ਨੇ ਬਾਹਰ ਆ ਕੇ ਵਾਅਦਾ ਕੀਤਾ ਸੀ ਕਿ ਅਸੀਂ ਜਲਦੀ ਤੁਹਾਡੇ ਨਾਲ ਬੈਠਕ ਕਰਾਂਗੇ। ਬੁਲੇਟਿਨ ਦੇ ਵਿੱਚ ਹੁਣ ਇੱਕ ਉਹ ਖਬਰ ਤੁਹਾਨੂੰ ਦੱਸ ਦਿੰਦੇ ਹਾਂ ਜਿਸ ਨੂੰ ਸੁਣ ਕੇ ਸ਼ਾਇਦ ਕਈਆਂ ਨੂੰ ਸਬਕ ਮਿਲੂਗਾ। ਹਰਿਆਣਾ ਦੇ ਸੋਨੀਪਤ ਦੇ ਵਿੱਚ ਆਪਣੀ ਦਾਦੀ ਨੂੰ ਬੇਸਹਾਰਾ ਛੱਡਣ ਵਾਲੇ ਪੋਤੇ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਝਟਕਾ ਦਿੱਤਾ ਹੈ। ਹਾਈ ਕੋਰਟ ਨੇ ਪੋਤੇ ਨੂੰ ਦਾਦੀ ਤੋਂ ਮਿਲਿਆ ਪਲਾਟ ਵਾਪਸ ਕਰਨ ਦੇ ਹੁਕਮ ਦਿੱਤੇ ਨੇ। ਹਾਈ ਕੋਰਟ ਨੇ ਪਲਾਟ ਤੇ ਕੀਤੀ ਉਸਾਰੀ ਲਈ 25 ਲੱਖ ਦੀ ਰਕਮ ਦੀ ਦਲੀਲ ਨੂੰ ਰੱਦ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਪਟੀਸ਼ਨਕਰਤਾ ਨੇ ਜ਼ੋਖਮ ਲੈ ਕੇ ਇਸ ਦਾ ਨਿਰਮਾਣ ਕੀਤਾ ਸੀ। ਹਾਈ ਕੋਰਟ ਨੇ ਪਟੀਸ਼ਨਰ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕਿਹਾ ਕਿ ਪਟੀਸ਼ਨਕਰਤਾ ਵੱਲੋਂ ਪੇਸ਼ ਕੀਤੇ ਗਏ ਸਬੂਤ ਇਹ ਸਾਬਤ ਨਹੀਂ ਕਰਦੇ ਕਿ ਪਟੀਸ਼ਨਰ ਦਾਦੀ ਦਾ ਖਰਚਾ ਚੁੱਕ ਰਿਹਾ ਸੀ। ਦਾਦੀ ਨੇ ਰਜਿਸਟਰੀ ਮੌਕੇ ਸ਼ਰਤ ਰੱਖੀ ਸੀ ਕਿ ਜੇ ਪੋਤਾ ਸੰਭਾਲ ਨਹੀਂ ਕਰਦਾ ਤਾਂ ਜਾਇਦਾਦ ਦੀ ਰਜਿਸਟਰੀ ਰੱਦ ਹੋ ਸਕਦੀ ਹੈ। ਦਰਅਸਲ ਸੋਨੀਪਤ ਦੇ ਰਹਿਣ ਵਾਲੇ ਨਵੀਨ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਦੱਸਿਆ ਸੀ ਕਿ ਉਸ ਦੀ ਦਾਦੀ ਰਾਮਰਤੀ ਨੂੰ ਗ੍ਰਾਮ ਪੰਚਾਇਤ ਰਾਏ ਤੋਂ 100 ਗਜ਼ ਦਾ ਪਲਾਟ ਅਲਾਟ ਕੀਤਾ ਗਿਆ ਸੀ ਤੇ 7 ਦਸੰਬਰ 2016 ਨੂੰ ਉਸ ਦੀ ਦਾਦੀ ਨੇ ਪਲਾਟ ਉਸ ਦੇ ਨਾਂ ਤੇ ਤਬਦੀਲ ਕਰ ਦਿੱਤਾ ਸੀ। ਪਰ ਹੁਣ ਪਤਾ ਲੱਗਿਆ ਕਿ ਉਹ ਆਪਣੀ ਦਾਦੀ ਦੀ ਦੇਖਭਾਲ ਨਹੀਂ ਕਰ ਰਿਹਾ ਸੀ। ਪਲਾਟ ਲੈ ਲਿਆ ਸੀ, ਉਸ ਤੇ ਉਸਾਰੀ ਵੀ ਕਰ ਲਈ ਸੀ, ਆਪ ਆਰਾਮ ਨਾਲ ਰਹਿ ਰਿਹਾ ਸੀ ਪਰ ਦਾਦੀ ਪ੍ਰਤੀ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਿਹਾ ਸੀ। ਨਾਗਾਲੈਂਡ ਦੇ ਵਿੱਚ ਵੱਡੀ ਘਟਨਾ ਵਾਪਰੀ ਹੈ ਜਿੱਥੇ ਸੁਰੱਖਿਆ ਬਲਾਂ ਦੀ ਗੋਲੀਬਾਰੀ ਦੇ ਵਿੱਚ 13 ਨਾਗਰਿਕਾਂ ਦੀ ਹੀ ਮੌਤ ਹੋ ਗਈ ਹੈ। ਬਹੁਤ ਹੀ ਵੱਡੀ ਘਟਨਾ ਇਸ ਨੂੰ ਮੰਨਿਆ ਜਾ ਸਕਦਾ ਹੈ ਕਿਉਂਕਿ 13 ਆਮ ਨਾਗਰਿਕ ਨੇ ਜਿਹੜੇ ਉਹ ਮਾਰ ਦਿੱਤੇ ਗਏ ਨੇ ਗੋਲੀਬਾਰੀ ਦੇ ਵਿੱਚ। ਨਾਗਾਲੈਂਡ ਦੇ ਮੋਨ ਜ਼ਿਲ੍ਹੇ ਦੇ ਵਿੱਚ ਸੁਰੱਖਿਆ ਬਲਾਂ ਨੇ ਗੋਲੀਬਾਰੀ ਕੀਤੀ ਤੇ 13 ਜਣੇ ਮਾਰੇ ਗਏ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਕੀ ਇਹ ਕਿਤੇ ਗਲਤ ਪਛਾਣ ਦਾ ਮਾਮਲਾ ਤਾਂ ਨਹੀਂ। ਥਲ ਸੈਨਾ ਨੇ ਇਸ ਪੂਰੇ ਮਾਮਲੇ ਦੀ ਕੋਰਟ ਆਫ ਇਨਕੁਆਇਰੀ ਦੇ ਹੁਕਮ ਕਰਦਿਆਂ ਕਿਹਾ ਕਿ ਜੋ ਕੁਝ ਹੋਇਆ ਬਹੁਤ ਅਫਸੋਸਜਨਕ ਹੈ। ਫੌਜ ਨੇ ਦੱਸਿਆ ਕਿ ਗੋਲੀਬਾਰੀ ਦੀ ਇਸ ਘਟਨਾ ਦੌਰਾਨ ਇੱਕ ਫੌਜੀ ਵੀ ਮਾਰਿਆ ਗਿਆ ਹੈ ਤੇ ਕਈ ਫੌਜੀ ਜ਼ਖਮੀ ਹੋ ਗਏ ਨੇ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੀ ਅਸਲ ਗਿਣਤੀ ਬਾਰੇ ਹਾਲੇ ਪਤਾ ਨਹੀਂ ਲੱਗ ਸਕਿਆ। 13 ਜਣੇ ਤਾਂ ਕਨਫਰਮ ਨੇ, ਉਸ ਤੋਂ ਵੱਧ ਵੀ ਗਿਣਤੀ ਹੋ ਸਕਦੀ ਹੈ। 13 ਜਣਿਆਂ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ। ਗੰਭੀਰ ਜ਼ਖਮੀਆਂ ਦੇ ਵਿੱਚੋਂ ਕੁਝ ਨੇ ਗੁਆਂਢੀ ਸੂਬੇ ਅਸਾਮ ਦੇ ਹਸਪਤਾਲਾਂ ਦੇ ਵਿੱਚ ਜਾ ਕੇ ਦਮ ਤੋੜਿਆ। ਮੁੱਖ ਮੰਤਰੀ ਨੈਫਿਊ ਰੀਓ ਨੇ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਕਰਵਾਉਣ ਦਾ ਵਾਅਦਾ ਕੀਤਾ ਹੈ। ਉਹਨਾਂ ਸਾਰੇ ਵਰਗਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਵੀ ਕੀਤੀ ਹੈ। ਫੌਜ ਵੱਲੋਂ ਜਿਹੜਾ ਬਿਆਨ ਜਾਰੀ ਕੀਤਾ ਗਿਆ ਹੈ, ਉਹਨਾਂ ਨੇ ਕਿਹਾ ਡਿਫੈਂਸ ਵਿੰਗ ਕੋਹਿਮਾ ਨੇ ਪ੍ਰੈਸ ਰਿਲੀਜ਼ ਜਾਰੀ ਜਿਹੜੀ ਕੀਤੀ ਹੈ ਉਹਦੇ ਵਿੱਚ ਲਿਖਿਆ ਹੈ ਕਿ ਅੱਤਵਾਦੀਆਂ ਦੀ ਸੰਭਾਵਿਤ ਗਤੀਵਿਧੀ ਬਾਰੇ ਭਰੋਸੇਯੋਗ ਖੁਫੀਆ ਜਾਣਕਾਰੀ ਸਾਨੂੰ ਮਿਲੀ ਸੀ। ਉਸੇ ਆਧਾਰ ਤੇ ਅਸੀਂ ਨਾਗਾਲੈਂਡ ਦੇ ਮੋਨ ਜ਼ਿਲ੍ਹੇ ਦੇ ਤਿਰੂ ਇਲਾਕੇ ਦੇ ਵਿੱਚ ਆਪਰੇਸ਼ਨ ਕਰਨ ਦੀ ਯੋਜਨਾ ਬਣਾਈ ਸੀ। ਜੋ ਘਟਨਾ ਵਾਪਰੀ ਉਸ ਬਾਰੇ ਸਾਨੂੰ ਬੇਹੱਦ ਅਫਸੋਸ ਹੈ। ਆਮ ਲੋਕਾਂ ਦੀ ਮੰਦਭਾਗੀ ਮੌਤ ਦੇ ਕਾਰਨਾਂ ਦੀ ਉੱਚ ਪੱਧਰੀ ਜਾਂਚ ਕਰ ਰਹੇ ਹਾਂ। ਕਾਨੂੰਨ ਮੁਤਾਬਿਕ ਬਣਦੀ ਕਾਰਵਾਈ ਅਸੀਂ ਕਰਾਂਗੇ। ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਨਾਗਾਲੈਂਡ ਦੇ ਵਿੱਚ ਸੁਰੱਖਿਆ ਆਪਰੇਸ਼ਨ ਦੌਰਾਨ ਆਮ ਲੋਕਾਂ ਦੀ ਜਾਨ ਜਾਣ ਦਾ ਮੈਨੂੰ ਬਹੁਤ ਵੱਡਾ ਦੁੱਖ ਹੈ। ਸ਼ਾਹ ਨੇ ਟਵੀਟ ਕਰਕੇ ਕਿਹਾ ਕਿ ਮੈਂ ਜਾਨਾਂ ਗਵਾਉਣ ਵਾਲਿਆਂ ਦੇ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਜ਼ਾਹਿਰ ਕਰਦਾ। ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਦੇ ਲਈ ਸੂਬਾ ਸਰਕਾਰ ਵੱਲੋਂ ਗਠਿਤ ਉੱਚ ਪੱਧਰੀ ਵਿਸ਼ੇਸ਼ ਜਾਂਚ ਟੀਮ ਇਸ ਪੂਰੇ ਮਾਮਲੇ ਦੀ ਤਫਸੀਲ ਦੇ ਵਿੱਚ ਘੋਖ ਕਰੇਗੀ। ਦੇਸ਼ ਦੇ ਸੁਰੱਖਿਆ ਬਲਾਂ ਦੇ ਵੱਲੋਂ ਜਾਂ ਕਹਿ ਸਕਦੇ ਹਾਂ ਕਿ ਫੌਜੀਆਂ ਦੇ ਵੱਲੋਂ ਲੋਕਾਂ ਨੂੰ ਹੀ ਗੋਲੀਆਂ ਦੇ ਨਾਲ ਮਾਰ ਦੇਣ ਦੀ ਇਸ ਘਟਨਾ ਦੇ ਉੱਤੇ ਵਿਰੋਧੀ ਧਿਰਾਂ ਨੇ ਜਿਹੜੀਆਂ ਉਹ ਵੀ ਤਾਬੜਤੋੜ ਹਮਲੇ ਕਰ ਰਹੀਆਂ ਨੇ। ਰਾਹੁਲ ਗਾਂਧੀ ਨੇ ਕਿਹਾ ਕਿ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ। ਜਦੋਂ ਸਾਡੀ ਆਪਣੀ ਹੀ ਧਰਤੀ ਉੱਤੇ ਨਾ ਆਮ ਲੋਕ ਨਾ ਹੀ ਸੁਰੱਖਿਆ ਬਲ ਸੁਰੱਖਿਅਤ ਨੇ ਤਾਂ ਫਿਰ ਅਜਿਹੀ ਸਥਿਤੀ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਕਰ ਕੀ ਰਹੇ ਨੇ। ਰਾਹੁਲ ਗਾਂਧੀ ਨੇ ਲਖਨਊ ਦੇ ਵਿੱਚ ਰੁਜ਼ਗਾਰ ਮੰਗਦੇ ਪ੍ਰਦਰਸ਼ਨਕਾਰੀਆਂ ਉੱਤੇ ਪੁਲਿਸ ਵੱਲੋਂ ਕੀਤੇ ਲਾਠੀ ਚਾਰਜ ਦੀ ਵੀ ਨਿਖੇਧੀ ਕੀਤੀ ਸੀ। ਸਾਂਸਦ ਅਸਾਉਦੀਨ ਓਵੈਸੀ ਨੇ ਤਾਂ ਇਸ ਘਟਨਾ ਤੇ ਗ੍ਰਹਿ ਮੰਤਰੀ ਦਾ ਅਸਤੀਫਾ ਮੰਗਿਆ ਹੈ। ਓਵੈਸੀ ਨੇ ਟਵੀਟ ਕੀਤਾ ਕਿ ਨਾਗਾਲੈਂਡ ਦੇ ਵਿੱਚ ਆਪਣੀ ਜਾਨ ਗਵਾਉਣ ਵਾਲਿਆਂ ਦੇ ਪਰਿਵਾਰਾਂ ਦੇ ਨਾਲ ਮੇਰੀ ਸੰਵੇਦਨਾ ਹੈ। ਅਮਿਤ ਸ਼ਾਹ ਨੂੰ ਆਪਣਾ ਅਹੁਦਾ ਛੱਡ ਦੇਣਾ ਚਾਹੀਦਾ ਹੈ। ਅੱਤਵਾਦੀਆਂ ਦੇ ਨਾਲ ਉਹਨਾਂ ਦੇ ਸਮਝੌਤੇ ਦੀ ਗੱਲ ਬਿਲਕੁਲ ਧੋਖਾ ਸੀਗੀ। ਨਵੰਬਰ ਦੇ ਵਿੱਚ ਮਣੀਪੁਰ ਵਿੱਚ 7 ਅਫਸਰਾਂ ਨੂੰ ਵੀ ਇਹਨਾਂ ਨੇ ਮਾਰ ਦਿੱਤਾ ਸੀ। ਉੱਤਰ ਪੂਰਬ ਦੇ ਵਿੱਚ ਸ਼ਾਂਤੀ ਨਹੀਂ ਹੈ, ਸਿਰਫ ਹਿੰਸਾ ਹੈ। ਅਮਿਤ ਸ਼ਾਹ ਨੂੰ ਤੁਰੰਤ ਆਪਣਾ ਅਸਤੀਫਾ ਦੇ ਕੇ ਲਾਂਭੇ ਹੋ ਜਾਣਾ ਚਾਹੀਦਾ ਹੈ। ਸੋ ਨਾਗਾਲੈਂਡ ਦੇ ਵਿੱਚ ਵਾਪਰੀ ਇਸ ਵੱਡੀ ਘਟਨਾ ਨੂੰ ਸੁਣ ਕੇ ਪੂਰੇ ਜਿਹੜੇ ਦੇਸ਼ ਦੇ ਵਾਸੀ ਹੈਗੇ ਨੇ ਉਹ ਜ਼ਰੂਰ ਕੰਬ ਉੱਠੇ ਨੇ ਕਿਉਂਕਿ ਫੌਜ ਜਿਹੜੀ ਕਿ ਸਾਡੀ ਰੱਖਿਆ ਕਰਦੀ ਹੈ, ਜਿਹੜੀ ਆਮ ਨਾਗਰਿਕਾਂ ਦੀ ਰੱਖਿਆ
ਸੁਰੱਖਿਆ ਲਈ ਹੁੰਦੀ ਹੈ ਉਹ ਇੰਨਾ ਵੱਡਾ ਧੋਖਾ ਖਾ ਜਾਵੇ, ਕਿਉਂਕਿ ਫੌਜ ਨੇ ਇਹ ਬਿਆਨ ਦਿੱਤਾ ਹੈ ਕਿ ਸਾਨੂੰ ਪੂਰੀ ਸਹੀ ਜਾਣਕਾਰੀ ਮਿਲੀ ਸੀ ਕਿ ਇੱਥੇ ਅੱਤਵਾਦੀ ਆਪਣੀ ਜਿਹੜੀ ਕਾਰਵਾਈ ਕਰਨਗੇ। ਪਰ ਇੱਥੇ ਸਵਾਲ ਉੱਠਦਾ ਹੈ ਕਿ ਕੀ ਫੌਜ ਦੀ ਜਿਹੜੀ ਜਾਣਕਾਰੀ ਹੁੰਦੀ ਹੈ, ਖੁਫੀਆ ਜਾਣਕਾਰੀ, ਉਹ ਇੰਨੀ ਕਮਜ਼ੋਰ ਹੋ ਸਕਦੀ ਹੈ ਕਿ 13 ਜਣਿਆਂ ਦੀ ਤਾਂ ਮੌਕੇ ਤੇ ਹੀ ਜਾਨ ਹੈ ਜਿਹੜੀ ਉਹ ਚਲੀ ਗਈ ਹੈ। ਬਾਕੀ ਹਲੇ ਉੱਥੇ ਜਿਹੜੇ ਲੋਕ ਜ਼ਖਮੀ ਨੇ ਉਹਨਾਂ ਦਾ ਪਤਾ ਨਹੀਂ ਕੀ ਹੋਣਾ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ TMC ਸੁਪਰੀਮੋ ਮਮਤਾ ਬੈਨਰਜੀ ਤੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੇ ਵੱਲੋਂ ਕਾਂਗਰਸ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਕਿਹਾ ਕਿ ਕਾਂਗਰਸ ਤੋਂ ਬਿਨਾਂ ਵਿਰੋਧੀ ਪਾਰਟੀਆਂ ਦਾ ਕੋਈ ਵੀ ਗੱਠਜੋੜ BJP ਨੂੰ ਨਹੀਂ ਹਰਾ ਸਕਦਾ। ਬਘੇਲ ਨੇ PTI ਨੂੰ ਇੰਟਰਵਿਊ ਦਿੱਤਾ ਕਿਹਾ ਕਿ ਮਮਤਾ ਬੈਨਰਜੀ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਕੀ ਉਹ ਸੱਤਾ ਵਿੱਚ ਬੈਠੇ ਲੋਕਾਂ ਨਾਲ ਲੜ ਕੇ ਜਾਂ ਫਿਰ ਵਿਰੋਧੀ ਪਾਰਟੀਆਂ ਨਾਲ ਆਡਾ ਲਾ ਕੇ TMC ਨੂੰ ਮੁੱਖ ਵਿਰੋਧੀ ਪਾਰਟੀ ਬਣਾਉਣਾ ਚਾਹੁੰਦੀ ਹੈ। ਬਘੇਲ ਨੇ ਕਿਹਾ ਕਿ 2024 ਦੀਆਂ ਚੋਣਾਂ ਦੇ ਵਿੱਚ BJP ਨੂੰ ਸ਼ਿਕਸਤ ਦੇਣ ਦੇ ਲਈ ਵਿਰੋਧੀ ਪਾਰਟੀਆਂ ਦਾ ਚਿਹਰਾ ਕੌਣ ਹੋਵੇਗਾ, ਇਸ ਦਾ ਫੈਸਲਾ UPA ਮਿਲ ਕੇ ਕਰੇਗਾ, ਯਾਨੀ ਕਿ ਸਾਂਝਾ ਪ੍ਰਗਤੀਸ਼ੀਲ ਗੱਠਜੋੜ ਮਿਲ ਕੇ ਕਰੇਗਾ। ਉਧਰ ਜੰਮੂ ਕਸ਼ਮੀਰ ਤੋਂ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਕਿਹਾ ਕਿ ਜੇਕਰ ਜੰਮੂ ਤੇ ਕਸ਼ਮੀਰ ਦੇ ਵਿਸ਼ੇਸ਼ ਰੁਤਬੇ ਨੂੰ ਬਹਾਲ ਕਰਵਾਉਣਾ ਹੈ ਤਾਂ ਇੱਥੋਂ ਦੀ ਆਵਾਮ ਨੂੰ ਵੀ 3 ਖੇਤੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ ਵਾਂਗੂ ਕੁਰਬਾਨੀ ਦੇਣੀ ਪੈ ਸਕਦੀ ਹੈ। ਅਬਦੁੱਲਾ ਇੱਥੇ ਨਸੀਮਬਾਗ ਵਿੱਚ ਪਾਰਟੀ ਦੇ ਬਾਨੀ ਸ਼ੇਖ ਮੁਹੰਮਦ ਅਬਦੁੱਲਾ ਦੀ 111ਵੀਂ ਜਨਮ ਵਰ੍ਹੇਗੰਢ ਮੌਕੇ ਪਾਰਟੀ ਦੀ ਯੂਥ ਵਿੰਗ ਦੀ ਕਨਵੈਨਸ਼ਨ ਨੂੰ ਸੰਬੋਧਨ ਕਰ ਰਹੇ ਸੀ। ਅਬਦੁੱਲਾ ਨੇ ਕਿਹਾ ਕਿ ਪਾਰਟੀ ਕਿਸੇ ਤਰ੍ਹਾਂ ਦੀ ਹਿੰਸਾ ਦੀ ਹਮਾਇਤ ਨਹੀਂ ਕਰਦੀ। ਸੋ ਕਿਸਾਨਾਂ ਦੇ ਸੰਘਰਸ਼ ਦੀਆਂ ਮਿਸਾਲਾਂ ਨੇ ਜਿਹੜੀਆਂ ਉਹ ਦਿੱਤੀਆਂ ਜਾਣ ਲੱਗੀਆਂ ਨੇ। ਜੰਮੂ ਕਸ਼ਮੀਰ ਦੇ ਜਿਹੜੇ ਲੋਕ ਨੇ ਉਹ ਸ਼ਾਇਦ ਹੁਣ ਪਛਤਾਉਂਦੇ ਹੋਣਗੇ ਕਿ ਕਿਸਾਨਾਂ ਦੇ ਵਾਂਗੂ ਉਹਨਾਂ ਨੂੰ ਵੀ ਸੰਘਰਸ਼ ਹੈ ਜਿਹੜਾ ਉਹ ਸ਼ੁਰੂ ਕਰਨਾ ਚਾਹੀਦਾ ਸੀ। ਸ਼ਾਇਦ ਜੇ ਕਿਸਾਨਾਂ ਦੇ ਵਾਂਗੂ ਸਿਰੜ ਕਰਕੇ ਉਦੋਂ ਵੀ ਬਹਿ ਜਾਂਦੇ ਤਾਂ ਸ਼ਾਇਦ ਉਹਨਾਂ ਦਾ ਸੂਬਾ ਟੁੱਟਣੋਂ ਬਚ ਜਾਂਦਾ। ਈਰਾਨ ਤੋਂ ਖਬਰ ਹੈ ਜਿੱਥੇ ਪਰਮਾਣੂ ਪਲਾਂਟ ਨੇੜੇ ਧਮਾਕਾ ਹੋਇਆ ਤੇ ਸਰਕਾਰ ਨੇ ਇਸ ਨੂੰ ਮਿਜ਼ਾਈਲ ਟੈਸਟ ਦੱਸਿਆ ਹੈ। ਈਰਾਨ ਦੇ ਇਸਫਾਈਨ ਸੂਬੇ ਦੇ ਵਿੱਚ ਸਥਿਤ ਨਤਾਂਜ਼ ਪਰਮਾਣੂ ਪਲਾਂਟ ਦੇ ਨੇੜੇ ਸਥਾਨਕ ਸਮੇਂ ਦੇ ਮੁਤਾਬਿਕ ਸ਼ਨੀਵਾਰ ਸ਼ਾਮ ਨੂੰ ਧਮਾਕਾ ਹੋਣ ਦੀ ਪੁਸ਼ਟੀ ਹੋਈ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਇੱਕ ਜ਼ੋਰਦਾਰ ਧਮਾਕਾ ਸੀ ਜਿਸ ਨਾਲ ਕੁਝ ਪਲਾਂ ਦੇ ਲਈ ਅਸਮਾਨ ਰੌਸ਼ਨੀ ਦੇ ਨਾਲ ਭਰ ਗਿਆ ਸੀ। ਹਾਲਾਂਕਿ ਈਰਾਨ ਦੇ ਸਰਕਾਰੀ ਮੀਡੀਆ ਨੇ ਇਸ ਨੂੰ ਇੱਕ ਰੱਖਿਆ ਅਭਿਆਸ ਦੱਸਿਆ ਹੈ ਤੇ ਕਿਹਾ ਕਿ ਮਿਜ਼ਾਈਲ ਨੂੰ ਤੇਜ਼ ਕਾਰਵਾਈ ਕਰਨ ਦੀ ਸਮਰੱਥਾ ਦਾ ਮੁਲਾਂਕਣ ਕਰਨ ਦੇ ਲਈ ਇਹ ਸਿਰਫ ਫੌਜੀ ਅਭਿਆਸ ਦੇ ਹਿੱਸੇ ਵਜੋਂ ਲਾਂਚ ਕੀਤਾ ਗਿਆ ਸੀ। ਈਰਾਨੀ ਫੌਜ ਦੇ ਬੁਲਾਰੇ ਸ਼ਹੀਨ ਤਕਿਖਨੀ ਨੇ ਕਿਹਾ ਕਿ ਇਸ ਡਰਿਲ ਨੂੰ ਸਾਵਧਾਨੀਪੂਰਵਕ ਅੰਜਾਮ ਦਿੱਤਾ ਗਿਆ ਸੀ, ਚਿੰਤਾ ਦੀ ਕੋਈ ਗੱਲ ਨਹੀਂ ਹੈ। ਇੰਡੋਨੇਸ਼ੀਆ ਦੇ ਵਿੱਚ ਜਵਾਲਾਮੁਖੀ ਫਟਣ ਨਾਲ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ ਹੈ, ਕਈ ਜ਼ਖਮੀ ਹੋ ਗਏ ਨੇ। ਇੰਡੋਨੇਸ਼ੀਆ ਵਿੱਚ ਸਿਮੇਰੂ ਜਵਾਲਾਮੁਖੀ ਵਿਸਫੋਟ ਹੋਇਆ ਹੈ। ਇੰਡੋਨੇਸ਼ੀਆ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਆਫਤ ਰਾਹਤ ਏਜੰਸੀ BNPB ਨੇ ਘਟਨਾ ਥਾਂ ਤੇ ਫਸੇ 10 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਜਾਵਾ ਦੀਪ ਦੇ ਸਭ ਤੋਂ ਉੱਚੇ ਪਰਬਤ ਸਿਮੇਰੂ ਤੇ ਸ਼ਨੀਵਾਰ ਨੂੰ ਜਵਾਲਾਮੁਖੀ ਫਟਿਆ ਜਿਸ ਨਾਲ ਸੁਆਹ, ਕਾਲਾ ਧੂੰਆਂ ਤੇ ਲਾਵਾ ਤੇਜ਼ੀ ਨਾਲ ਬਾਹਰ ਆਉਣ ਲੱਗਿਆ ਜੋ ਪੂਰਬੀ ਜਾਵਾ ਸੂਬੇ ਦੇ ਆਸ-ਪਾਸ ਦੇ ਪਿੰਡਾਂ ਵਿੱਚ ਫੈਲ ਗਿਆ ਤੇ ਲੋਕਾਂ ਦੇ ਵਿੱਚ ਅਫਰਾ ਤਫਰੀ ਦਾ ਮਾਹੌਲ ਪੈਦਾ ਹੋ ਗਿਆ ਤੇ 13 ਜਣਿਆਂ ਦੀ ਮੌਤ ਹੋ ਗਈ। ਯਾਤਰਾ ਦੇ ਨਾਲ ਜੁੜੀ ਇੱਕ ਰਾਹਤ ਵਾਲੀ ਖਬਰ ਨਿਊਜ਼ੀਲੈਂਡ ਤੋਂ ਹੈ। ਨਿਊਜ਼ੀਲੈਂਡ ਦੀ ਇਮੀਗ੍ਰੇਸ਼ਨ ਨੇ ਹੁਣ ਉਹਨਾਂ ਅਰਜ਼ੀਆਂ ਦੇ ਉੱਤੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਹੜੀਆਂ ਲਾਕਡਾਊਨ ਤੋਂ ਪਹਿਲਾਂ ਦਾਖਲ ਹੋਈਆਂ ਸੀ। ਲਾਕਡਾਊਨ ਦੇ ਚੱਲਦਿਆਂ ਇਮੀਗ੍ਰੇਸ਼ਨ ਨੇ ਇਹਨਾਂ ਤੇ ਕੰਮ ਬੰਦ ਕਰ ਦਿੱਤਾ ਸੀ ਤੇ ਹੁਣ ਇਹਨਾਂ ਅਰਜ਼ੀਆਂ ਦੇ ਉੱਤੇ ਕਾਰਵਾਈ ਆਰੰਭ ਕਰ ਦਿੱਤੀ ਹੈ, ਜਿਹਦਾ ਮਤਲਬ ਹੈ ਕਿ ਰੈਜ਼ੀਡੈਂਸ ਵੀਜ਼ਾ ਲੈਣ ਤੋਂ ਬਾਅਦ ਜਦੋਂ ਵੀ ਨਿਊਜ਼ੀਲੈਂਡ ਦੀਆਂ ਸਰਹੱਦਾਂ ਖੁੱਲ੍ਹਦੀਆਂ ਨੇ ਤਾਂ 2021 ਰੈਜ਼ੀਡੈਂਸ ਵੀਜ਼ਾ ਮਿਲਣ ਵਾਲਿਆਂ ਵਾਂਗ ਲੋਕ ਇੱਥੇ ਵਾਪਸ ਜਾ ਸਕਣਗੇ, ਚਾਹੇ ਉਹ ਆਫਸ਼ੋਰ ਵਾਲੇ ਵੀ ਕਿਉਂ ਨਾ ਹੋਣ। ਤੇ ਜਿਵੇਂ ਅਰਜ਼ੀਆਂ ਦਾਖਲ ਕੀਤੀਆਂ ਗਈਆਂ ਸੀ ਉਵੇਂ ਹੀ ਕਾਰਵਾਈ ਲਈ ਚੁਣੀਆਂ ਜਾਣਗੀਆਂ। ਲਗਭਗ 2300 ਅਜਿਹੀਆਂ ਅਰਜ਼ੀਆਂ ਨੇ ਜਿਨ੍ਹਾਂ ਉੱਤੇ ਹੁਣ ਇਮੀਗ੍ਰੇਸ਼ਨ ਆਪਣਾ ਫੈਸਲਾ ਲਵੇਗੀ। 4000 ਦੇ ਕਰੀਬ ਉਹ ਅਰਜ਼ੀਆਂ ਨੇ ਜਿਨ੍ਹਾਂ ਦਾ ਕਰੋਨਾ ਲਾਕਡਾਊਨ ਤੋਂ ਪਹਿਲਾਂ ਰੈਜ਼ੀਡੈਂਸ ਵੀਜ਼ਾ ਲੱਗ ਚੁੱਕਿਆ ਸੀ ਪਰ ਸਰਹੱਦਾਂ ਬੰਦ ਹੋਣ ਕਰਕੇ ਜਾ ਨਹੀਂ ਸਕੇ ਸੀ। ਇਸ ਤੇ ਵੀ ਹਾਈ ਕੋਰਟ ਨੇ ਆਪਣਾ ਪ੍ਰਤੀਕਰਮ ਦੇ ਦਿੱਤਾ ਹੈ ਕਿ ਹੁਣ ਇਹ ਲੋਕ ਵੀ ਬਾਰਡਰ ਖੁੱਲ੍ਹਦੇ ਸਾਰ ਇੱਥੇ ਆ ਸਕਣਗੇ। ਐਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਧੰਨਵਾਦ।